ਵਾਹਿਗੁਰੂ ਜੀ ਕੀ ਫਤਿਹ। ਸਿਰਜਣਹਾਰ ਅਨਾਥ ਦੀਨ ਦੁਨੀ ਦੇ ਸੁਆਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਨਤਮਸਤਕ ਹੋ ਕਰਕੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਆਪ ਦੀ ਸਮੇਂ ਅਤੇ ਸਵਾਸਾਂ ਨੂੰ ਸਫਲਿਆ ਬਣਾ ਰਹੇ ਹੋ। ਸ਼ੁਭ ਅਵਸਰ ਪ੍ਰਾਪਤ ਹੋਇਆ ਹੈ। ਵਾਹਿਗੁਰੂ ਦੀ ਯਾਦ ਵਿੱਚ ਜੁੜਨ ਦਾ। ਕੱਲ ਸ਼ਾਮ ਦੇ ਦੀਵਾਨਾਂ ਦੇ ਵਿੱਚ ਸਤਿਗੁਰਾਂ ਦੇ ਪਾਵਨ ਜੀਵਨ ਦੇ ਚੋਚ ਵਿਸਥਾਰ ਸਹਿਤ ਆਪ ਜੀਆਂ ਨੇ ਸਰਵਣ ਕੀਤੇ। ਦਸ਼ਮੇਸ਼ ਪਿਤਾ ਜੀ ਬਚਪਨ ਦੇ ਵਿੱਚ ਜਦੋਂ ਪਟਨਾ ਸਾਹਿਬ ਵਸਦੇ ਨੇ ਆਪਣੀ ਦਾਦੀ ਜੀ ਦੇ ਕੋਲੇ ਇੱਛਾ ਜ਼ਾਹਰ ਕਰਦੇ ਨੇ ਪੰਜਾਬ ਦੇਸ਼ ਜਾਣ ਦੀ। ਦਾਦੀ ਜੀ ਵਾਰ-ਵਾਰ ਕੋਸ਼ਿਸ਼ ਕਰਦੇ ਨੇ ਸਤਿਗੁਰ ਜੀ ਇਸ ਪਾਸੇ ਧਿਆਨ ਨਾ ਕਰਨ, ਪਰ ਗੋਬਿੰਦ ਰਾਏ ਜੀ ਦਾ ਮਨ ਬੜਾ ਉਦਾਸ ਹੈ। ਆਖਣ ਲੱਗੇ ਮਾਤਾ ਜੀ ਇੱਥੋਂ ਦੇ ਲੋਕ ਬਹੁਤੇ ਚੰਗੇ ਨਹੀਂ। ਇਹ ਲੋਕ ਜ਼ੁਬਾਨ ਤੇ ਮੂੰਹ ਦੇ ਹੋਰ ਨੇ ਤੇ ਦਿਲਾਂ ਤੋਂ ਕੁਝ ਹੋਰ ਨੇ। ਪਰ ਦਾਦੀ ਨਾਨਕੀ ਜੀ ਇੱਕੋ ਗੱਲ ਸਮਝਾਉਂਦੇ ਨੇ, ਬੇਟਾ ਐਸਾ ਤੁਸੀਂ ਕਿਵੇਂ ਕਹਿ ਸਕਦੇ ਹੋ? ਵੇਖੋ ਇੱਥੋਂ ਦੇ ਲੋਕਾਂ ਵਿੱਚ ਕਿੰਨਾ ਪਿਆਰ ਹੈ। ਗੁਰੂ ਰੂਪ ਕਰਕੇ ਤੁਹਾਨੂੰ ਜਾਣਦੇ ਨੇ। ਗੋਬਿੰਦ ਰਾਏ ਜੀ ਸ਼ਿਕਵਾ ਕਰਦੇ ਨੇ, ਦਾਦੀ ਜੀ ਇਹ ਲੋਕ ਸਤਿਕਾਰ ਜ਼ਰੂਰ ਕਰਦੇ ਨੇ ਪਰ ਮੈਨੂੰ ਇਹ ਬੱਚਾ ਹੀ ਸਮਝਦੇ, ਅਣਜਾਣ ਸਮਝਦੇ। ਹੁਣ ਮਾਤਾ ਜੀ ਨੇ ਉਸੇ ਵੇਲੇ ਇੱਕ ਖੱਤ ਲਿਖਿਆ ਸਿਰਫ ਗੋਬਿੰਦ ਰਾਏ ਜੀ ਨੂੰ ਇਹ ਵਿਖਾਉਣ ਵਾਸਤੇ ਵੀ ਪੂਰਬ ਇਲਾਕੇ ਦੀਆਂ ਸੰਗਤਾਂ ਦੀ ਸ਼ਰਧਾ ਤੇ ਭਾਵਨਾ ਕਿੰਨੀ ਹੈ। ਖੱਤ ਲਿਖਿਆ ਢਾਕੇ ਦੇ ਵਸਣ ਵਾਲੇ ਨਾਮੀ ਗ੍ਰਾਮੀ ਮਸੰਦ ਬੁਲਾਕੀ ਦਾਸ ਨੂੰ ਭਾਈ ਕੁਝ ਦਿਨਾਂ ਦੇ ਵਿੱਚ ਸੋਨੇ ਤੇ ਹਾਥੀ ਦੰਦਾਂ ਦੀ ਪਾਲਕੀ ਤਿਆਰ ਕਰਕੇ ਪਟਨਾ ਸਾਹਿਬ ਭੇਜ ਦੇ। ਸਿੱਖ ਇਹ ਚਿੱਠੀ ਇਹ ਖੱਤ ਲੈ ਕੇ ਪਹੁੰਚੇ ਆ ਢਾਕੇ। ਪਾਲਕੀ ਸਾਹਿਬ ਤਿਆਰ ਕੀਤੀ ਗਈ ਹੈ। ਇੱਥੋਂ ਤੱਕ ਆਪ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਰੰਗਲੇ ਇਤਿਹਾਸ ਦਾ ਆਨੰਦ ਮਾਣਿਆ ਸੀ। ਆਓ ਕੁਝ ਕੁ ਸਮਾਂ ਇਕਾਗਰਤਾ ਬਖਸ਼ੋ। ਗੱਜ ਵੱਜ ਕੇ ਪਿਆਰ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਅਗਾਰੀ ਧਾਰ ਕਰ ਤਿਸ ਕੀ ਬਿਨੈ ਉਚਾਰੀ। ਦੀਨ ਦੁਨੀਆ ਦੇ ਮਾਲਕ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਦਾ ਬਚਪਨ ਦਾ ਨਾਂ ਹੈ ਗੋਬਿੰਦ ਰਾਏ ਜੀ। ਹਰ ਰੋਜ਼ ਦਾਦੀ ਅਤੇ ਮਾਤਾ ਗੁਜਰ ਕੌਰ ਜੀਆਂ ਦੇ ਕੋਲ ਇੱਕੋ ਹੀ ਜਿੱਦ ਕਰਦੇ ਨੇ, ਮਾਂ ਅਸੀਂ ਪੰਜਾਬ ਜਾਣਾ ਚਾਹੁੰਦੇ ਹਾਂ, ਇੱਥੇ ਸਾਡਾ ਚਿੱਤ ਨਹੀਂ ਲੱਗਦਾ। ਮਾਤਾ ਜੀ ਅਤੇ ਦਾਦੀ ਜੀ ਦੀ ਕੋਸ਼ਿਸ਼ ਹੈ ਇਹਨਾਂ ਨੂੰ ਇੱਥੇ ਪਹੁੰਚਾਇਆ ਜਾਏ। ਜਦੋਂ ਤੱਕ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਨੇਹਾ ਨਹੀਂ ਆਉਂਦਾ ਉਦੋਂ ਤੱਕ ਅਸੀਂ ਨਹੀਂ ਜਾ ਸਕਦੇ। ਹੁਣ ਪਾਲਕੀ ਸਾਹਿਬ ਢਾਕੇ 'ਚ ਤਿਆਰ ਕੀਤੀ ਗਈ, ਜਿਸ ਦੇ ਵਿੱਚ ਗੋਬਿੰਦ ਰਾਏ ਜੀ ਨੇ ਲਿਖਿਆ ਮਾਤਾ ਜੀ 700 ਤੋਲਾ ਸੋਨਾ ਲੱਗਣਾ ਚਾਹੀਦਾ। 700 ਤੋਲਾ ਕਿਲੋਆਂ ਦੇ ਹਿਸਾਬ ਦੀ ਗੱਲ ਕਰੀਏ। ਹੁਣ ਬਲਾਕੀ ਰਾਸ ਮਸੰਦ ਢਾਕੇ ਦੇ ਵਿੱਚ ਰੱਬ ਵਾਂਗ ਪੂਜਿਆ ਜਾਂਦਾ ਹੈ। ਗੁਰੂ ਕੀਆਂ ਸੰਗਤਾਂ ਇਹਨੂੰ ਗੁਰੂ ਦਾ ਰੂਪ ਹੀ ਜਾਣਦੀਆਂ ਨੇ।
बड़ी शरधा ते बड़ी भावना वाला है। कहते इन्हें 15 दिनों के विच पालकी तैयार की, पटना साहिब भेज दी। जो सोने की आलीशान पालकी मुहासा पहुंचे है सतगुरां दे दर ते, गुरु गोबिंद सिंह साहब महाराज पालकी नूं वेख के एक पासे हो गए। कहते माता जी ने मंगाई, उन्हां कोल ही भेज दिओ। आखो सतनाम, असीं की करनी है, असीं केड़ा तैयार करवाई है। दिन के सुनत भनियो भा सुंदर, पट दीजहे माता टिग अंदर। हुण गोबिंद सिंह गोबिंद राय जी पालकी वाल वेख के पिठ करके खड़े हो गए। सिख ते संगतां खूब चर्चा कर रही ने, किन्नी सोहनी है, किन्नी बेशकीमती है, सोना ही सोना जड़िया होया है। ते इस पालकी दे विच सोने तो वध कीमती हाथी दे दंदां दी कलाकारी है, कलाकृत कीती हुई है। पर गोबिंद राय जी ने पल विच ही कह दिता, ये पालकी माता जी कोल भेजो, उन्होंने मंगाई है, उन्होंने पसंद है, सानू ते सोना चांदी माया पाउंदी कोई। हुण सिख संगतां ते तारीफां कर रही ने, पर गोबिंद राय जी ने 1% भी इहदी तारीफ ना कीती, सगों एक पासे हो गए। पालकी लेके सिख वेड़े विच आण पुजे। कापट जो करियो मसंद धन राखन, जानियो सतगुर कियो ना भाखन। हुण सतगुर जी खुश क्यों नहीं होए? की कारण है? गोबिंद राय जी चुप क्यों ने? वो जानते ने इस पालकी दे नां ते बहुत वड्डा घपला मसंद ने कीता है। जिन्हों कपट कह लो, हेर फेर कह लो, ते गोबिंद राय जी ते हस रहे ने पालकी वेख के, कहते कोई पालकी है। पर लोकी गल्लां करदे ने, कहते एहो जी पालकी ते औरंगजेब कोल भी नहीं होनी, क्योंकि उसकी चमक दमक महिमा ही इन्नी सोहनी है। तारीफां दे पुल बन्ने जा रहे ने। जदों दादी जी ने उस पालकी नूं वेखिया, वो भी प्रभावित हो गए। देख माता दोनों हर खाई, पनी मसंदन की भले आई। माता गुजर कौर जी ने पालकी नूं वेखिया, बड़े प्रसन्न होए। दादी नानकी जी वेखदे बड़े खुश ने। खुशी किस गल दी? साडे छोटे लाल पुत्र गोबिंद राय जदों पालकी विच बैठणगे बड़े खुश होणगे, बड़े प्रसन्न होणगे। पर कोई नहीं सी जानदा उत्ते पालकी नूं वेख के टिचरां कर रहे ने। हुण अंदर बैठे माता गुजर कौर जी अपनी सस नानकी जी नाल गल्लां कर रहे ने। कहंदे वेखो बनाउण वाले ने कमाल कीती हुई है। धन है गुलाकी दास जिहदी इन्नी शरधा इन्नी भावना गुरु घर दे परथाए 15 दिनां दे विच विच तैयार करके भी भेज दित्ती। पाठ गुर सिख बलाकी दास, तुरत तैयार कर भेजियो पास। बड़ी वाह वाह हुई जदों माता जी आप कह रहे ने सिख बड़ा महान है, उन्हें बहुत वड्डी सेवा की है, ते संगतां ने ते आप ही महान कहना। हुण सिख संगतां बुलाकी दास दे गुण गा रही ने, गोबिंद राय जी नूं चंगा जा नहीं लगदा। आखो सतनाम, क्योंकि जिन्हों असलीयत पता है वो खुश कदे नहीं होता। गोबिंद सिंह महाराज वेख रहे ने, कहंदे आ वेखो पंजाबों आईयां संगतां किन्नियां भोलियां ने, हर एक ती विश्वास करी फिरदियां। सतगुर जी दरवाजे च उल्ले हो के वेख रहे ने, कहंदे गुण गाउण वालियां विचों साडे माता जी भी बैठे ने, वो भी तारीफां करदे ने। अत सुंदर कह कै बनवायो हो, कंचन जिसमें है बहुत लगायो। हुण इत्थे दादी नानकी जी बार बार एको गल करदे, वेखो जी किन्ना सोना लाया है, किन्नी चमक है। असीं तां नहीं वेखी इदां दी पालकी अज तक सारे जीवन विच। बड़ियां पालकियां सिखां ने भेटां कीतियां, बड़ियां आईयां। ये कह लो सिरई है तो वध सोहणी कोई। सिख इकट्ठे हो गए, इलाके दे लोग आ गए, वेड़े दियां औरतां आईयां, वो भी तारीफ कर रही। माफ करियो बीबियां नूं ते कदे पुछण दी लोड़ ही नहीं हुंदी, सोने दे गहणे किन्ने क सोहणे। आखो सतनाम, सोना वेखिया ते नींद फिटी ना। गवांढ दियां औरतां आके तारीफां करी जाण, पुल बन्नी जांदियां ने, भैण जी सोना किन्ना लगे है। अगों दादी नानकी जी आखदे ने, कहंदे 700 तोला। ਇੱਥੇ ਜੇ ਕਿਸੇ ਟੱਬਰ ਕੋਲ 4 ਤੋਲੇ ਹੋਣ ਉਹੀ ਮਾਣ ਨਹੀਂ, ਨਾਲੇ ਸਾਡੇ 4 ਤੋਲਿਆਂ ਵਿੱਚ ਵੀ ਮਿਲਾਵਟ ਹੁੰਦੀ ਹੈ।
24 कैरेट का ते प्योर हुंदा ਜਿਹੜਾ लोग 22 पाई फिरदे 17 18 पाया ਤਾਂ ਬਈ ਉਹ ਚ ਹੋਰ ਕੀ ਹੈ ਕਿੰਨੀਆਂ ਧਾਤਾਂ ਨੇ ਫਿਰ ਵੀ ਬੰਦਾ ਮਾਨ ਕਰਦਾ ਪਰ ਉਸ ਵੇਲੇ 700 ਤੋਲਾ ਸੋਨਾ ਤੇ ਹਾਥੀ ਦੰਦ ਇਸ ਪਾਲਕੀ ਦੀ ਕੀਮਤ ਜੇ ਗੱਲ ਕਰੀਏ ਤੇ ਲੱਖਾਂ ਕਰੋੜਾਂ ਵਿੱਚ ਹੈ ਇਸ ਕਰਕੇ ਮਾਤਾ ਜੀ ਇਹ ਦੇ ਗੁਣ ਗਾਉਂਦੇ ਨੇ ਅਬ ਲਗ ਆਪਰਨਾ ਹਮਨੇ ਹੀਰਾ ਰਚਿਓ ਰੁਚਿਰ ਇਹ ਮੋਲ ਵਡੇਰਾ ਦੀਵਾਨ ਦੀਆਂ ਔਰਤਾਂ ਆ ਕੇ ਮਾਤਾ ਗੁਜਰ ਕੌਰ ਜੀ ਦੀ ਇੱਕੋ ਗੱਲ ਕਹਿੰਦੀਆਂ ਨੇ ਭੈਣ ਜੀ ਇਦਾਂ ਦੀ ਪਾਲਕੀ ਬਾਰੇ ਸੁਣਿਆ ਜ਼ਰੂਰ ਸੀ ਪਰ ਵੇਖੀ ਤੇ ਪਹਿਲੀ ਵਾਰ ਹੈ ਰਾਜੇ ਮਹਾਰਾਜੇ ਹਾਥੀਆਂ ਤੇ ਬਹਿ ਕੇ ਪਾਲਕੀਆਂ 'ਚ ਬੜੀ ਵਾਰ ਲੰਘੇ ਨੇ ਪਰ ਇੰਨੀ ਖੂਬਸੂਰਤ ਨਹੀਂ ਵੇਖੀ ਗੋਬਿੰਦ ਰਾਏ ਜੀ ਦਰਵਾਜ਼ੇ 'ਚੋਂ ਵੇਖ ਕੇ ਪਾਰ ਚਲੇ ਗਏ ਕਹਿੰਦੇ ਹੱਦ ਹੋ ਗਈ ਜਮਾਨੇ ਦੁਨੀਆ ਸੱਚ ਵੇਖਣਾ ਹੀ ਨਹੀਂ ਚਾਹੁੰਦੀ ਦੁਨੀਆ ਅਸਲੀਅਤ ਨਹੀਂ ਵੇਖਦੀ ਅੱਜ ਸਤਿਗੁਰ ਜੀ ਸਾਰਿਆਂ ਨੂੰ ਕੁਝ ਵਿਖਾਣਾ ਚਾਹੁੰਦੇ ਨੇ ਜ਼ਮਾਨਾ ਕੀ ਹੈ ਜੋ ਇਤਿਹਾਸ ਤੁਸੀਂ ਅੱਜ ਸੁਣ ਰਹੇ ਹੋ ਨਾ ਇਹਨੂੰ ਸੁਣ ਕੇ ਯਾਦ ਰੱਖਿਓ ਜ਼ਿੰਦਗੀ ਦੇ ਵਿੱਚ ਹਰ ਸੁਨਿਆਰ ਦੀ ਦੁਕਾਨ ਤੇ ਜਾ ਕੇ ਪ੍ਰਸੰਗ ਯਾਦ ਆਊਗਾ ਆਖੋ ਸਤਨਾਮ ਪੱਕੀ ਗੱਲ ਹੈ ਜੀ ਗੋਬਿੰਦ ਰਾਏ ਜੀ ਨੇ ਵੇਖਿਆ ਆਪਣੇ ਸਾਥੀਆਂ 'ਚ ਖੇਡਣ ਚਲੇ ਗਏ ਕਿਸੇ ਨੂੰ ਚੰਗਾ ਨਹੀਂ ਕਿਸੇ ਨੂੰ ਮਾੜਾ ਨਹੀਂ ਆਖਿਆ ਕਹਿੰਦੇ ਸਵੇਰਾ ਦੁਪਹਿਰਾ ਸ਼ਾਮ ਹੋਈ ਜਿਹੜਾ ਵੀ ਪਾਲਕੀ ਨੂੰ ਵੇਖਦਾ ਕਹਿੰਦੇ ਜੀ ਗੋਬਿੰਦ ਰਾਏ ਤੇ ਕਰਮਾਂ ਵਾਲੇ ਨੇ ਇੰਨੀ ਸੋਹਣੀ ਪਾਲਕੀ ਵਿੱਚ ਬੈਠਣਗੇ ਉਹਨਾਂ ਨੂੰ ਖੁਸ਼ੀ ਬੜੀ ਹੋਣੀ ਮਾਤ ਨਾਨਕੀ ਨੇ ਸਮਝਾਏ ਦੇਖੋ ਸੁਤ ਸਿੱਖੀ ਇਸ ਭਾਏ ਸਤਿਗੁਰ ਜੀ ਟਲ ਗਏ ਨੇ ਖੇਡਣ ਗਏ ਨੇ ਵੀ ਮੈਨੂੰ ਕੋਈ ਬੁਲਾਵੇ ਤਾਂ ਦਾਦੀ ਨਾਨਕੀ ਜੀ ਨੇ ਉਸੇ ਵੇਲੇ ਸਿੱਖ ਭੇਜਿਆ ਜਾਓ ਸਾਡੇ ਪੋਤੇ ਨੂੰ ਲੈ ਕੇ ਆਓ ਸਿੱਖ ਬੁਲਾ ਕੇ ਲੈ ਕੇ ਆਏ ਮਰਦ ਕਹਿੰਦੇ ਅਸੀਂ ਅਜੇ ਨਹੀਂ ਆਉਣਾ ਠਹਿਰ ਕੇ ਆਵਾਂਗੇ ਕਹਿੰਦੇ ਨਹੀਂ ਮਾਤਾ ਜੀ ਤੇ ਦਾਦੀ ਜੀ ਯਾਦ ਕਰਦੇ ਜਾਣਾ ਪੈਣਾ ਤੇ ਚਲੋ ਫਿਰ ਕੋਲ ਆਏ ਚਰਨੀ ਮੱਥਾ ਟੇਕਿਆ ਪਾਲਕੀ ਵੱਲ ਨਾ ਵੇਖਿਆ ਦਾਦੀ ਜੀ ਕਹਿੰਦੇ ਵੇਖ ਪੁੱਤ ਤੇਰੇ ਵਾਸਤੇ ਬਣਵਾਈ ਕਿੰਨੀ ਸੋਹਣੀ ਬਾਕੀ ਬੱਚੇ ਤੇ ਪਲੰਗਾਂ ਤੇ ਬੈਠੇ ਨੇ ਤੂੰ ਪਾਲਕੀ 'ਚ ਬੈਠਿਆ ਕਰ ਬੜਾ ਸੋਹਣਾ ਲੱਗੇਗਾ ਮਨ ਹੈ ਸਗਰੇ ਹੁਕਮ ਤੁਮਾਰੋ ਕਹੋ ਜਥਾ ਭੇਜੇ ਕਰ ਤਿਆਰੋ ਮੇਰਾ ਲਾਲ ਜਦੋਂ ਇਸ ਸੋਹਣੀ ਪਾਲਕੀ ਵਿੱਚ ਬੈਠੇਗਾ ਤੇਰਾ ਹੁਕਮ ਜਮਾਨਾ ਬਾਦਸ਼ਾਹ ਸਮਝ ਕੇ ਮੰਨੂ ਦਾਦੀ ਜੀ ਪ੍ਰਚਾਰ ਰਹੇ ਨੇ ਵੀ ਮੇਰਾ ਪੁੱਤ ਮੇਰਾ ਪੋਤਾ ਜਿੱਦ ਨਾ ਕਰੇ ਪੰਜਾਬ ਜਾਣ ਦੀ ਇੱਥੇ ਹੀ ਉਲਝਿਆ ਰਵੇ ਅਕਸਰ ਬੱਚੇ ਜਦੋਂ ਰੋਂਦੇ ਨੇ ਸ਼ਰਾਰਤਾਂ ਕਰਦੇ ਨੇ ਮਾਤਾ ਪਿਤਾ ਕੋਸ਼ਿਸ਼ ਕਰਦੇ ਨੇ ਕੋਈ ਖਿਡੌਣਾ ਦੇ ਦਿੱਤਾ ਕੋਈ ਵਸਤੂ ਦੇ ਦਿੱਤੀ ਇਹਦਾ ਧਿਆਨ ਇੱਧਰ ਹੋ ਜੇ ਗੋਬਿੰਦ ਰਾਏ ਜੀ ਗੋਦ ਵਿੱਚ ਬੈਠੇ ਨੇ ਕਦੇ ਪਾਲਕੀ ਵੱਲ ਵੇਖ ਲੈਂਦੇ ਕਦੇ ਸਿੱਖਾਂ ਵੱਲ ਵੇਖਦੇ ਕਹਿੰਦੇ ਹੌਲੀ ਹੌਲੀ ਮੁਸਕਰਾ ਰਹੇ ਨੇ ਮੂੰਹ ਦੇ ਵਿੱਚ ਹੱਸ ਰਹੇ ਨੇ ਹੁਣ ਸਾਧੂ ਮਹਾਪੁਰਖ ਕੋਈ ਸਿਆਣਾ ਪੁਰਸ਼ ਹੱਸੇ ਕੋਈ ਤੇ ਕਾਰਨ ਹੁੰਦਾ ਏ ਸੇਵ ਵਿਖੈ ਸਭ ਕੇ ਮਨ ਰਤੇ ਪੂਰਨ ਗੁਰੂ ਆਪ ਕੋ ਜਾਤੇ ਤੇ ਫੇਰ ਮਾਤਾ ਜੀ ਕਹਿੰਦੇ ਵੇਖ ਪੁੱਤ ਤੁਸੀਂ ਆਖਦੇ ਸੀ ਨਾ ਇੱਥੋਂ ਦੀ ਸੰਗਤ ਚੰਗੀ ਨਹੀਂ ਇੱਥੋਂ ਦੇ ਲੋਕ ਠੀਕ ਨਹੀਂ ਵੇਖੋ ਤੇ ਸਹੀ ਸ਼ਰਧਾ ਕਿੰਨੀ ਹੈ 15 ਦਿਨ ਪਹਿਲਾਂ ਖੱਤ ਭੇਜਿਆ ਸੀ ਸੋਨੇ ਨਾਲ ਲੱਦੀ ਪਾਲਕੀ ਤੁਹਾਡੇ ਇੱਕ ਹੁਕਮ ਦੁਆਰਾ ਆ ਗਈ ਤੁਸੀਂ ਕਹਿੰਦੇ ਸਾਨੂੰ ਕੋਈ ਪਿਆਰ ਹੀ ਨਹੀਂ ਕਰਦਾ ਗੋਬਿੰਦ ਰਾਏ ਜੀ ਨੇ ਕੋਈ ਜਵਾਬ ਨਾ ਦਿੱਤਾ ਬਿਲਕੁਲ ਚੁੱਪ ਹੋ ਕੇ ਸਭ ਗੱਲਾਂ ਸੁਣਦੇ ਨੇ ਸਿੱਖ ਸੰਗਤ ਅਸ ਬ੍ਰਿੰਦ ਮਸੰਦ ਤੁਮਰੇ ਪ੍ਰੇਮੀ ਹਿਰਦੈ ਬਿਲੰਦ ਇਸ ਪਟਨੇ ਦੀ ਧਰਤੀ ਤੇ ਤੁਹਾਡੇ ਸਿੱਖ ਬੜੇ ਨੇ ਤੁਹਾਡੇ ਪ੍ਰੇਮੀ ਬਹੁਤ ਨੇ ਪ੍ਰੇਮ ਕਰਨ ਵਾਲੇ ਬੇਟਾ ਹੁਣ ਤੇ ਚਿੱਤ ਲਾ ਲਓਗੇ ਨਾ ਹੁਣ ਤੇ ਦਿਲ ਲੱਗ ਜਾਊਗਾ ਫੇਰ ਸਿਰ ਹਲਾਤਾ ਨਾ ਦਾਦੀ ਇੱਥੇ ਦਿਲ ਨਹੀਂ ਲੱਗਣਾ ਆਖੋ ਸਤਨਾਮ ਪਟਨਾ ਸਾਹਿਬ ਛੱਡਣ ਦਾ ਕਾਰਨ ਸਤਿਗੁਰਾਂ ਦਾ ਇਹ ਸੀ ਨਾ ਕਿਤੇ ਕਿਸੇ ਨੇ ਪੜਿਆ ਨਾ ਕਿਸੇ ਨੇ ਸੁਣਿਆ ਬਸ ਮਰਜ ਪਟਨਾ ਸਾਹਿਬ ਤੋਂ ਚੱਲ ਕੇ ਅਨੰਦਪੁਰ ਸਾਹਿਬ ਆ ਗਏ ਕਿਉਂ ਆ ਗਏ ਕੀ ਗੱਲ ਹੋ ਗਈ ਜਿੱਥੇ ਜਨਮ ਹੋਇਆ ਇੰਨਾ ਪ੍ਰੇਮ ਸੀ ਇੰਨੀ ਦੇਰ ਵਸੇ ਤੇ ਛੱਡ ਕੇ ਕਿਉਂ ਆ ਗਏ ਬਸ ਚਿੱਤ ਜਾਨੀ ਲੱਗਿਆ ਉੱਥੋਂ ਦੇ ਲੋਕਾਂ ਤੋਂ ਮਨ ਭਰ ਚੁੱਕਿਆ ਏ ਕਿਉਂਕਿ ਇਹ ਲੋਕ ਗੱਲਾਂ ਕੁਝ ਹੋਰ ਕਰਦੇ ਨੇ ਘੜੀ 'ਚ ਤੇ ਇੰਨੇ ਮਿੱਠੇ ਨੇ ਬਸ ਸਾਡਾ ਤੇਰਾ ਵੰਡਿਆ ਕੀ ਹੈ ਛੋਟੀ ਜੀ ਗੱਲ ਹੋ ਜੇ ਘੜੀ 'ਚ ਰੁੱਖੇ ਹੋ ਜਾਂਦੇ ਤੂੰ ਸਾਡਾ ਲੱਗਦਾ ਕੀ ਹੈ ਅੱਜ ਦਾਦੀ ਜੀ ਕੋਸ਼ਿਸ਼ ਕਰਦੇ ਨੇ ਵਾਰ-ਵਾਰ ਕਹਿੰਦੇ ਪੁੱਤ ਪਾਲਕੀ ਸੋਹਣੀ ਲੱਗਦੀ ਹੈ ਮਜ਼ਾਕ ਦੇ ਵਿੱਚ ਕਹਿੰਦੇ ਦਾਦੀ ਬੜੀ ਸੋਹਣੀ ਆਖੋ ਸਤਨਾਮ ਐਦਾਂ ਦੀ ਤੇ ਮੈਂ ਕਦੇ ਜ਼ਿੰਦਗੀ ਵਿੱਚ ਵੇਖੀ ਨਹੀਂ ਮਦਰ ਦੇਸ਼ ਤੇ ਹਮ ਜਬ ਆਏ
ਸੰਕਟ ਬਿਨਾ ਸਰਬ ਸੁਖ ਪਾਏ। ਵੇਖ ਪੁੱਤ, ਜੇ ਤੈਨੂੰ ਪਸੰਦ ਆਈ ਇਹੋ ਜੀਆਂ ਪਾਲਕੀਆਂ ਹਰ ਸਾਲ ਬਣਾ ਦਿਆ ਕਰਾਂਗੇ, ਪਰ ਤੂੰ ਪੰਜਾਬ ਦੀ ਗੱਲ ਨਾ ਕਰੀ। ਗੋਬਿੰਦ ਰਾਏ ਪੁੱਛਦੇ ਦਾਦੀ ਜੀ ਕਿਉਂ? ਕਹਿੰਦੇ ਪੁੱਤ, ਜਿਹੜੇ ਦਿਨ ਅਸੀਂ ਵੇਖੇ ਅਸੀਂ ਚਾਹੁੰਦੇ ਹਾਂ ਤੂੰ ਨਾ ਵੇਖੀ ਕਦੇ। ਮਾਂ-ਬਾਪ ਨੇ ਜਿਹੜੇ ਦੁੱਖ ਤਸੀਹੇ ਝੱਲੇ ਹੋਣ ਨਾ, ਉਹਨਾਂ ਦੀ ਇੱਕੋ ਉਮੀਦ ਹੁੰਦੀ ਹੈ ਜੋ ਅਸੀਂ ਹੰਢਾ ਚੁੱਕੇ ਆ ਸਾਡੇ ਬੱਚੇ ਨਾ ਹੰਢਾ ਲੈਣ। ਇਹਨਾਂ ਤੇ ਨਾ ਆ ਜੀ, ਇਹ ਉਹਨਾਂ ਦਿਨਾਂ ਨੂੰ ਵੇਖ ਨਾ ਸਕਣ, ਯਾਦ ਨਾ ਕਰ ਸਕਣ, ਕੀ ਸਾਡੇ ਤੇ ਪਹਾੜ ਡਏ। ਗੁਰਮੁਖੋ, ਇਹ ਇੱਕ ਵਿਅਕਤੀਗਤ ਜੀਵਨ ਦੀ ਗੱਲ ਚੱਲ ਰਹੀ ਹੈ, ਪਰਿਵਾਰ ਦੀ। ਵੇਖੋ ਸਤਿਗੁਰਾਂ ਦਾ ਪਰਿਵਾਰ ਕਿੰਨਾ ਸਾਦਗੀ ਵਾਲਾ ਹੈ ਕੋਈ ਗੁਰੂਆਂ ਪੀਰਾਂ ਵਾਲੀ ਹੈਂਕੜ, ਕੋਈ ਹਉਮੈ, ਸਿੰਪਲ ਜੀਆਂ ਗੱਲਾਂ। ਦਾਦੀ ਜੀ ਕਹਿੰਦੇ ਪੁੱਤਰਾ, ਗੱਲ ਸਾਡੀ ਮੰਨ, ਜਾਣ ਦੀ ਜਿੱਦ ਛੱਡ ਦੇ। ਤਾਹਾਂ ਉਪਦਰ ਅਨਗਨ ਹੇਰੇ, ਤੁਰਕਨ ਸੋਹਰਣ ਮਚੇ ਕੰਧੇਰੇ। ਦੇਖੋ ਸਮੇਂ ਦੀਆਂ ਸਰਕਾਰਾਂ, ਤੁਰਕਾਂ ਦਾ ਰਾਜ ਹੈ, ਬੜੇ ਜੰਗ ਉਹਨਾਂ ਨਾਲ ਹੋਏ। ਤੁਹਾਡੇ ਦਾਦਾ ਜੀ ਦੇ ਇੱਕ ਜੰਗ ਨਹੀਂ 4 ਜੰਗ ਹੋਏ, ਚਾਰੇ ਜੰਗਾਂ 'ਚ ਨੁਕਸਾਨ ਆਪਣਾ ਵੀ ਹੋਇਆ ਤੇ ਉਹਨਾਂ ਦਾ ਵੀ ਹੋਇਆ। ਤੁਰਕਾਂ ਦਾ ਨੁਕਸਾਨ ਵੱਧ ਹੁੰਦਾ ਰਿਹਾ, ਗੁਰੂ ਘਰ ਦਾ ਘੱਟ ਹੁੰਦਾ ਰਿਹਾ। ਨੁਕਸਾਨ ਤੇ ਨੁਕਸਾਨ ਹੈ, ਭਾਵੇਂ 1 ਰੁਪਈਏ ਦਾ ਹੋਇਆ। ਗੋਬਿੰਦ ਰਾਏ ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣ ਰਹੇ, ਕਿਉਂਕਿ ਆਪ ਹੀ ਤੇ ਉਹ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਵਾਰਸ ਨੇ, ਕੋਈ ਕੁਝ ਕਰਨਾ ਚਾਹੁੰਦੇ। ਉਹਨਾਂ ਨੇ ਕਦੇ ਜੇ ਤਲਵਾਰ ਚੁੱਕੀ, ਭਾਵੇਂ 6ਵੇਂ ਸਤਿਗੁਰ ਨੇ, ਭਾਵੇਂ 10ਵੇਂ ਪਾਤਸ਼ਾਹ ਨੇ, ਜ਼ੁਲਮ ਦੇ ਖਿਲਾਫ ਚੁੱਕੀ ਹੈ। ਪੈਸੇ ਵਾਸਤੇ, ਰਾਜ ਵਾਸਤੇ ਨਹੀਂ, ਪਦਾਰਥਾਂ ਵਾਸਤੇ ਨਹੀਂ, ਜ਼ਮੀਨਾਂ ਤੇ ਕਬਜ਼ਿਆਂ ਵਾਸਤੇ ਮਰਦ ਨੇ ਤਲਵਾਰ ਨਹੀਂ ਚੁੱਕੀ। ਜਦ ਵੀ ਚੁੱਕੀ, ਗਰੀਬਾਂ ਤੇ ਮਜ਼ਲੂਮਾਂ ਤੇ ਹੁੰਦਾ ਅਤਿਆਚਾਰ ਵੇਖ ਕੇ ਚੁੱਕੀ ਹੈ। ਹੁਣ ਦਾਦੀ ਜੀ ਗੱਲ ਸੁਣਾਉਂਦੇ ਨੇ, ਕਹਿੰਦੇ ਪੁੱਤਰ, ਅੰਮ੍ਰਿਤਸਰ ਦੀ ਧਰਤੀ ਤੇ ਰਾਤੋਂ ਰਾਤ ਘੇਰਾ ਪੈ ਗਿਆ ਸੀ। ਸ਼੍ਰੀ ਅੰਮ੍ਰਿਤਸਰ ਬੜ ਸੰਗਰਾਮਾ, ਸੈਨਿਕ ਨੀਤੇ ਤਜ ਕਰ ਧਾਮਾ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਜੀਵਨ ਦਾ ਪਹਿਲਾ ਜੰਗ ਸੀ ਅੰਮ੍ਰਿਤਸਰ ਸਾਹਿਬ ਦਾ, ਜਿਹਨੂੰ ਲੋਹਗੜ੍ਹ ਸਾਹਿਬ ਦੇ ਜੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿੱਥੇ ਸਿੱਖਾਂ ਨੇ ਬੇਰੀ ਦੇ ਮੁੱਢ 'ਚ ਮਿੱਟੀ ਘੱਟਾ ਪਾ ਕੇ ਪੱਥਰਾਂ ਨੂੰ ਵੀ ਬੰਬਾਂ ਵਾਂਗ ਚਲਾਤਾ। ਹੁਣ ਦੱਸ ਰਹੇ ਨੇ ਕਿ ਉਸ ਵੇਲੇ ਸੈਨਾ ਨੇ ਘੇਰਾ ਪਾਇਆ, ਇੰਨਾ ਘੇਰਾ ਪਿਆ, ਜੰਗ ਹੋਇਆ। ਉਸ ਜੰਗ ਦੇ ਵਿੱਚ ਪਰਿਵਾਰ ਨੂੰ ਘਰ ਛੱਡਣਾ ਪੈ ਗਿਆ। ਹਾਲਾਤ ਐਸੇ ਸੀ। ਘਰ ਕਿਉਂ ਛੱਡਿਆ ਸਤਿਗੁਰਾਂ ਨੇ? ਕੋਈ ਡਰ ਕਰਕੇ ਨਹੀਂ, ਸਿਰਫ ਇਸ ਕਰਕੇ ਛੱਡਿਆ, ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਵਸਾਈ ਹੋਈ ਨਗਰੀ ਹੈ। ਜੰਗ ਕਰਕੇ ਕਿਤੇ ਆਮ ਤੇ ਮਾਸੂਮ ਲੋਕਾਂ ਦੇ ਘਰ ਬਰਬਾਦ ਨਾ ਹੋ ਜਾਣ। ਜੰਗ ਕਦੇ ਸ਼ਹਿਰਾਂ ਕਸਬਿਆਂ 'ਚ ਨਹੀਂ ਲੜੇ ਜਾਂਦੇ। ਜੰਗ ਲੜਨ ਵਾਸਤੇ ਖੁੱਲੇ ਗਰਾਊਂਡ ਚਾਹੀਦੇ ਨੇ, ਖੁੱਲੀਆਂ ਥਾਵਾਂ ਚਾਹੀਦੀਆਂ ਨੇ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਤੋਂ ਰਾਤ ਸੁਣਾਇਆ ਕਿ ਥਾਂ ਛੱਡ ਦਿੱਤੀ ਜਾਵੇ। ਬੇਬੀ ਵੀਰੋ ਵਿਆਹ ਤਿਸ ਕਾਲਾ, ਕਰਿਓ ਹੁਤੋ ਭਗਵਾਨ ਵਿਸਾਲਾ। ਇੱਥੇ ਜ਼ਿਕਰ ਕੀਤਾ ਹੈ ਬੇਟਾ ਤੁਹਾਡੇ ਭੂਆ ਜੀ, ਬੀਬੀ ਵੀਰੋ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿਸਟਰ ਭੈਣ ਜੀ, ਜੋ ਦਸ਼ਮੇਸ਼ ਜੀਆਂ ਦੇ ਭੂਆ ਜੀ ਲੱਗਦੇ ਨੇ, ਕਹਿੰਦੇ ਉਹਨਾਂ ਦਾ ਵਿਆਹ ਰੱਖਿਆ ਹੋਇਆ ਸੀ। ਫੇਰ ਬਚਨ ਹੋਇਆ ਬਾਬਾ ਬੁੱਢਾ ਜੀ ਵਾਲਾ ਸੱਚਾ, ਸੰਗਤ ਨੂੰ ਭੋਜਨ ਨਹੀਂ ਛਕਾਇਆ ਸੀ, ਉਹ ਛਕਿਆ ਕਿਹਨਾਂ ਨੇ? ਤੁਰਕਾਂ ਨੇ। ਬਣੀਆਂ ਮਠਿਆਈਆਂ ਤੁਰਕਾਂ ਦੇ ਕੰਮ ਆਈਆਂ, ਸੰਗਤ ਦੇ ਕੰਮ ਨਹੀਂ ਆਈਆਂ। ਕਹਿੰਦੇ ਉਹਨਾਂ ਦਾ ਵਿਆਹ ਫਿਰ ਜਾ ਕੇ ਝਬਾਲ ਕਰਨਾ ਪੈ ਗਿਆ, ਅੰਮ੍ਰਿਤਸਰ ਨਹੀਂ ਕਰ ਸਕੀ। ਉੱਥੇ ਤੇ ਯੁੱਧ ਚੱਲਦਾ ਸੀ। ਇਸ ਤੇ ਆਦ ਸਮਗਰੀ ਜੇਤੀ, ਭਏ ਯੁੱਧ ਤੇ ਲੁੱਟ ਗਈ ਤੇਤੀ। ਤੇ ਉਸ ਯੁੱਧ ਵਿੱਚ ਬੜਾ ਨੁਕਸਾਨ ਗੁਰੂ ਘਰ ਦਾ ਵੀ ਹੋਇਆ ਤੇ ਬਾਦਸ਼ਾਹ ਦੀਆਂ ਲੱਖਾਂ ਫੌਜਾਂ ਮਰ ਗਈਆਂ। ਬਾਦਸ਼ਾਹ ਨੇ ਵੀ ਘੇਰਾਬੰਦੀ ਉਦੋਂ ਕੀਤੀ ਜਦੋਂ ਪਤਾ ਸੀ ਸਤਿਗੁਰਾਂ ਦੇ ਪਰਿਵਾਰ ਵਿੱਚ ਸ਼ਾਦੀ ਸਮਾਰੋਹ ਹੈ, ਵਿਆਹ ਦਾ ਕਾਰਜ ਹੈ। ਪਰ ਗੁਰੂ ਘਰ ਦਾ ਵਿਆਹ ਸਮੇਂ ਦੀ ਹਕੂਮਤ ਰੋਕ ਨਾ ਸਕੀ। ਵਿਆਹ ਹੋ ਕੇ ਹੋਇਆ, ਹੋ ਕੇ ਰਿਹਾ, ਪਰ ਆਉਣ ਵਾਲਿਆਂ ਚੋਂ ਸੁੱਕਾ ਕੋਈ ਵਾਪਸ ਗਿਆ ਨਹੀਂ। ਆਖੋ ਸਤਨਾਮ। ਕਹਿੰਦੀ ਉੱਥੇ ਬਰੂਦ ਉੜਦਾ ਰਿਹਾ। ਬੇਟਾ ਇਹ ਪੰਜਾਬ ਦੀ ਧਰਤੀ ਤੇ ਬੜੇ ਉਪਦਰਵ ਹੋਏ ਨੇ। ਹਮ ਤੁਰਕਨ ਤੇ ਭੈ ਬੜ ਧਾਰੇ, ਨੀਠ ਨੀਠ ਨਿਗਸੇ ਨਿਜ ਦਵਾਰੇ। ਸਾਡੇ ਜੀਵਨ ਵਿੱਚ ਤੇ ਪਹਿਲੀ ਲੜਾਈ, ਪਹਿਲਾ ਜੰਗ ਜਦੋਂ ਅਸੀਂ ਵੇਖਿਆ ਮਨ ਘਬਰਾ ਗਿਆ। ਦਾਦੀ ਜੀ ਬਚਨ ਦੱਸ ਰਹੇ, ਪਰ ਸਤਿਗੁਰ ਦਲੇਰ ਸੀ, ਉਹਨਾਂ ਨੇ ਪਰਵਾਹ ਕੋਈ ਨਾ ਕੀਤੀ। ਉਹਨਾਂ 3 ਜੰਗ ਹੋਰ ਕੀਤੇ, ਸਮੇਂ ਦੀ ਹਕੂਮਤ ਨੂੰ ਨੱਥ ਪਾ ਦਿੱਤੀ, ਨੱਥ। ਜੇ ਗੁਰੂ ਹਰਗੋਬਿੰਦ ਪਾਤਸ਼ਾਹ ਜੰਗ ਨਾ ਲੜਦੇ, ਗੁਰੂ ਤੇਗ ਬਹਾਦਰ ਪਾਤਸ਼ਾਹ ਸੀਸ ਦਾ ਬਲੀਦਾਨ ਨਾ ਦਿੰਦੇ,
ਗੱਲ ਹਿੰਦੂ ਧਰਮ ਦੀ ਇੱਕ ਪਾਸੇ ਕਰ ਦਿਓ ਜੀ, ਉਹਨਾਂ ਦਾ ਧਰਮ ਬਚਾਇਆ ਹੈ। ਜੇ ਦਸ਼ਮੇਸ਼ ਪਿਤਾ ਸਰਵੰਸ ਨਾ ਵਾਰਦੇ, ਅੱਜ ਸਾਡੇ ਸਿਰਾਂ ਤੇ ਪੱਗਾਂ ਤੇ ਸਰਦਾਰੀਆਂ ਨਹੀਂ ਸੀ ਹੋਣੀਆਂ। ਆਖੋ ਸਤਨਾਮ, ਨਹੀਂ ਸੀ ਹੋ ਸਕਦੀਆਂ। ਗੁਲਾਮਾਂ ਵਾਲੀ ਜ਼ਿੰਦਗੀ ਸੀ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਜ਼ੋਰ ਲਾ ਲਿਆ ਸਾਨੂੰ ਗੁਲਾਮ ਬਣਾਉਣ ਵਾਸਤੇ, ਥੋੜੀ ਦੇਰ ਬਣਾਇਆ, ਪਰ ਸਰਦਾਰਾਂ ਨੇ ਸਰਦਾਰੀਆਂ ਫੇਰ ਕਾਇਮ ਕਰ ਲਈਆਂ। ਇਹ ਤੇ ਬਾਜਾਂ ਵਾਲੇ ਦਾ ਪਰਿਵਾਰ ਹੈ, ਇਹ ਨਹੀਂ ਦਬਦਾ ਕਿਸੇ ਤੋਂ। ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੱਲਾਂ ਸੁਣ ਰਹੇ ਨੇ, ਸੁਣ ਕੇ ਚਿੜ ਰਹੇ ਨੇ। ਇਸ ਦੇ ਆਦ ਬਿਗਨ ਸਮੁਦਾਏ, ਭਏ ਦੇਸ਼ ਤਿਸ ਕੀਤਿਕ ਗਿਨਾਏ। ਤਰਾ ਉਸ ਦੇਸ਼ ਵਿੱਚ ਸਾਡੇ ਤੇ ਬੜੇ ਵਿਘਨ ਹੋਏ। ਫਿਰ ਵਕਤ ਆਇਆ, ਤੁਹਾਡੇ ਪਿਤਾ ਜੀ ਤੇ ਗੋਲੀਆਂ ਚਲਾਈਆਂ ਗਈਆਂ। ਕੀ ਕਸੂਰ ਕੀਤਾ ਸੀ? ਕੋਈ ਕਸੂਰ ਨਹੀਂ ਸੀ। ਚੁੱਪਚਾਪ ਬੈਠੇ ਸੀ, ਗੁਪਤ ਬੈਠੇ ਸੀ, ਛੁਪ ਕੇ ਬੈਠੇ ਸੀ। ਗੁਰਤਾ ਗੱਦੀ ਤੇ ਵੀ ਬੈਠੇ ਨਾ। ਕਿਸੇ ਸਿੱਖ ਨੇ ਆ ਕੇ ਰੌਲਾ ਪਾ ਦਿੱਤਾ, ਉਹ ਸੱਚੇ ਸਤਿਗੁਰ ਤੇ ਇੱਥੇ ਛੁਪੇ ਹੋਏ ਨੇ। ਕਹਿੰਦੇ ਆਪਣਿਆਂ ਨੇ ਪੱਖ ਤੇ ਕੀ ਕਰਨਾ ਸੀ, ਹਥਿਆਰ ਚੁੱਕ ਲਏ। ਬੜੀ ਨਿੰਦਿਆ ਕੀਤੀ ਸੀ। ਤੁਮਰੋ ਜਨਮ ਦੇਸ਼ ਇਸ ਭਇਓ, ਏ ਸੁਤ ਹਮ ਤਬ ਕੋ ਸੁਖ ਲਇਓ। ਬੇਟਾ ਜਦੋਂ ਦਾ ਤੁਹਾਡਾ ਜਨਮ ਇਸ ਦੇਸ਼ ਵਿੱਚ ਹੋਇਆ, ਅਸੀਂ ਸਾਰਾ ਪਰਿਵਾਰ ਖੁਸ਼ੀ ਮਨਾਉਂਦੇ ਆ। ਉਹ ਤੋਂ ਪਹਿਲਾਂ ਦੀ ਜੇ ਗੱਲ ਕਰੀਏ, ਆਪਣੇ ਹੀ ਪਰਿਵਾਰ ਵਿੱਚੋਂ ਬਾਬਾ ਪ੍ਰੀਤੀ ਚੰਦ ਜੀ ਨੇ ਆਪਣਿਆਂ ਦੇ ਨਾਲ ਹੀ ਵੈਰ ਕਮਾਇਆ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਖਿਲਾਫਤ ਕਿਹਨੇ ਕੀਤੀ? ਸਕੇ ਭਰਾ ਨੇ ਕੀਤੀ। ਸਮੇਂ ਦੇ ਬਾਦਸ਼ਾਹ ਜਹਾਂਗੀਰ ਕੋਲ ਜਾ ਕੇ ਸਰਕਾਰ ਦੇ ਪੱਲੇ ਪੈ ਗਿਆ। ਹੁਣ ਇਹ ਸਾਰੇ ਬਚਨ ਦਾਦੀ ਜੀ ਸੁਣਾ ਰਹੇ ਨੇ, ਕਿਉਂਕਿ ਸਿਆਣੇ ਮਾਤਾ ਪਿਤਾ ਉਹੀ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਆਪਣਾ ਵਿਰਸਾ, ਆਪਣਾ ਸੱਭਿਆਚਾਰ, ਆਪਣਾ ਕਲਚਰ ਤੇ ਆਪਣਾ ਪਿਛੋਕੜ ਦੱਸਿਆ ਹੋਵੇ। ਉਹੀ ਮਾਂ-ਬਾਪ ਚੰਗੇ ਮੰਨੇ ਜਾਂਦੇ ਨੇ। ਕਿਉਂਕਿ ਬੱਚਿਆਂ ਨੂੰ ਜਨਮ ਦੇਣਾ ਮਾਂ ਵਾਲੀ ਗੱਲ ਨਹੀਂ। ਬੱਚਿਆਂ ਨੂੰ ਜਨਮ ਦੇ ਪੰਛੀ ਵੀ ਦੇ ਰਹੇ ਨੇ, ਬੱਚਿਆਂ ਨੂੰ ਜਨਮ ਦੇ ਜਾਨਵਰ ਵੀ ਦੇ ਰਹੇ ਨੇ, ਪਰਵਰਿਸ਼ ਤੇ ਉਹ ਵੀ ਕਰਦੇ ਨੇ। ਚੰਗੇ ਸੰਸਕਾਰ ਇੱਕ ਚੰਗੀ ਮਾਂ ਦੇ ਸਕਦੀ। ਆਖੋ ਸਤਨਾਮ। ਜੇ ਜਨਮ ਦੇ ਦੇਣਾ ਕੋਈ ਬਹੁਤੀ ਵੱਡੀ ਗੱਲ ਨਹੀਂ। ਅੱਜ ਦੇ ਸਮੇਂ 'ਚ ਲੋਕੀ ਕਹਿੰਦੇ ਜਨਮ ਦੇਤਾ ਮਾਂ ਨੇ, ਹੋਰ ਕੀ ਕਰਨਾ ਚਾਹੀਦਾ? ਮਾਂ ਦਾ ਫਰਜ਼ ਹੈ ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ। ਜੇ ਜਨਮ ਦੀ ਗੱਲ ਕਰੋ, ਤੇ ਪਸ਼ੂ ਪੰਛੀ ਵੀ ਦੇ ਰਹੇ, ਉਹ ਵੀ ਬੜਾ ਕੁਝ ਸਿਖਾ ਰਹੇ ਆਪਣੇ ਬੱਚਿਆਂ ਨੂੰ। ਹੁਣ ਇੱਥੇ ਦਾਦੀ ਜੀ ਤੇ ਮਾਤਾ ਜੀ ਕੋਲ ਬੈਠੇ ਗੋਬਿੰਦ ਰਾਏ ਨੂੰ ਗੱਲ ਸਮਝਾ ਰਹੇ ਨੇ। ਪਾਲਕੀ ਸਾਹਿਬ ਦੀ ਜੇ ਗੱਲ ਕਰੀਏ, ਉਹ ਇੱਕ ਭਰਮਾਉਣ ਦਾ ਜਰੀਆ ਹੈ ਵੀ ਜੇ ਇਹਨਾਂ ਦਾ ਮਨ ਇੱਥੇ ਜੁੜ ਜੇ, ਇੱਥੇ ਜੁੜਿਆ ਰਵੇ, ਪੰਜਾਬ ਜਾਣ ਦੀ ਗੱਲ ਨਾ ਕਰਨਾ। ਆਦ ਬੁਲਾਕੇ ਦਾਸ ਮਸੰਦ, ਅਪਰ ਸਿੱਖ ਸੰਗਤ ਜੇ ਬ੍ਰਿੰਦ। ਸਾਰੀਆਂ ਗੱਲਾਂ ਤੋਂ ਬਾਅਦ ਮਾਤਾ ਜੀ ਕਹਿੰਦੇ ਵੇਖ ਪੁੱਤਰ, ਢਾਕੇ ਦਾ ਬੁਲਾਕੀ ਦਾਸ ਮਸੰਦ ਕਿੰਨਾ ਚੰਗਾ ਹੈ। ਮਰਦ ਨੇ ਸੀਸ ਹਿਲਾਇਆ, ਕਹਿੰਦੇ ਦਾਦੀ ਜੀ ਬਹੁਤ ਚੰਗਾ। ਆਖੋ ਸਤਨਾਮ। ਮੈਂ ਉਹਨੂੰ ਕਦ ਮਾੜਾ ਗਿਆ? ਉਹ ਤੇ ਹੈ ਹੀ ਬੜਾ ਚੰਗਾ ਹੈ, ਤਾਂ ਹੀ ਸਾਰੇ ਚੰਗਾ ਆਖਦੇ ਨੇ। ਨਿਸ਼ਚਾ ਕਰਹਿ ਸੋ ਬੀਚ ਤੁਮਾਰੇ, ਹਿਰਦੈ ਕਪਟ ਕੋ ਨਰ ਨਹਿ ਧਾਰੇ। ਤਾਂ ਉਸ ਸਿੱਖ ਦੇ ਮਨ ਦੇ ਵਿੱਚ 1% ਵੀ ਕਪਟ ਨਹੀਂ। ਇਹ ਗੱਲ ਕੌਣ ਕਹਿੰਦਾ ਹੈ? ਸਤਿਗੁਰਾਂ ਦੇ ਭੋਲੇ ਦਾਦੀ ਜੀ। ਪੁੱਤਰ, ਰੱਤੀ ਮਾਤਰ ਦੀ ਉਹਦੇ ਮਨ ਵਿੱਚ ਨਾ ਕੋਈ ਮੋਹ ਹੈ, ਨਾ ਕੋਈ ਵਕਾਰ ਹੈ। ਹੁਣ ਤੱਕ ਮੱਝ ਸੁਣ ਕੇ ਖਿਜ ਰਹੇ ਸੀ, ਖਿੜ ਖਿੜ ਕੇ ਤਾੜੀ ਮਾਰ ਕੇ ਹੱਸਦੇ। ਆਖੋ ਸਤਨਾਮ। ਮਾਤਾ ਜੀ ਰੱਬ ਕਰੇ ਇਹੋ ਜਿਹਾ ਨਾ ਬਣਾਵੇ ਕਿਸੇ ਨੂੰ। ਮਾਤਾ ਜੀ ਕਹਿੰਦੇ ਪੁੱਤ ਤੈਨੂੰ ਕੀ ਹੋਇਆ, ਕਿਉਂ ਆਖੀ ਜਾਂਦਾ ਮਾੜਾ? ਉਹਨਾਂ ਦਾ ਤੁਹਾਡੇ ਵਿੱਚ ਨਿਸ਼ਚਾ ਕਿੰਨਾ ਹੈ। ਰਹਿਬੋ ਇਸੇ ਦੇਸ਼ ਕੋ ਕੀਜੈ, ਮਦਰ ਦੇਸ਼ ਕੋ ਨਾਮ ਨਾ ਲੀਜੈ। ਜੇ ਤੁਸੀਂ ਬੁਲਾਕੀ ਦਾਸ ਮਸੰਦ ਨੂੰ ਮਿਲੋ, ਉਸ ਗੁਰਸਿੱਖ ਨੂੰ ਮਿਲੋ, ਤੇ ਪੁੱਤਰ ਤੁਸੀਂ ਕਹੋਗੇ ਅਸੀਂ ਜਾਣਾ ਹੀ ਨਹੀਂ ਪੰਜਾਬ, ਇੱਥੇ ਤੇ ਪਿਆਰ ਬੜਾ ਮਿਲਦਾ। ਕਹਿੰਦੇ ਠੀਕ ਹੈ ਮਾਤਾ ਜੀ, ਜੇ ਪਿਆਰ ਇੱਥੇ ਵੱਧ ਮਿਲਦਾ ਹੋਇਆ ਅਸੀਂ ਉੱਥੇ ਕੀ ਕਰਨ ਜਾਣਾ ਹੈ? ਗਲਤੀ ਪ੍ਰੇਮ ਦੀ ਹੈ। ਬੱਚੇ ਜਿੰਨੇ ਵੀ ਹੁੰਦੇ ਨੇ ਪ੍ਰੇਮ ਦੇ ਹੁੰਦੇ ਨੇ, ਪਿਆਰ ਦੇ ਨੇ। ਜਿੱਥੇ ਪਿਆਰ ਮਿਲੇਗਾ ਨਾ ਉੱਥੇ ਹੀ ਜਾਣਾ, ਉੱਥੇ ਹੀ ਰਹਿਣਾ, ਉੱਥੇ ਹੀ ਖਾਣਾ ਹੈ। ਗੋਬਿੰਦ ਰਾਏ ਕਹਿੰਦੇ ਮਾਤਾ ਜੀ ਜਾਂ ਤੇ ਬੁਲਾਕੀ ਦਾਸ ਨੂੰ ਤੁਸੀਂ ਬੁਲਾ ਲਓ ਜਾਂ ਅਸੀਂ ਬੁਲਾਉਂਦੇ ਹਾਂ। ਤਾਹਾ ਸ਼ਰੀਕ ਮਹਾ ਦੁਖਦਾਈ, ਬਿਖ ਨਹਿ ਸਕਹਿ ਸੋ ਬਿਗਨ ਉਠਾਈ। ਮਾਤਾ ਗੁਜਰ ਕੌਰ ਜੀ ਜਵਾਬ ਦਿੰਦੇ, ਕਹਿੰਦੇ ਬੇਟਾ ਆਪਣਿਆਂ ਦੇ ਨਾਲੋਂ ਬਗਾਨਿਆਂ ਦੇ ਕੋਲ ਰਹਿਣਾ 100 ਵਾਰ ਸੋਚੀਏ ਤੇ ਬਹੁਤ ਚੰਗਾ ਹੈ। ਆਪਣਿਆਂ ਕੋਲ ਬੰਦਾ ਜਦ ਵੀ ਰਹੇਗਾ ਨੁਕਸਾਨ ਕਰਾਏਗਾ, ਦੁਖੀ ਹੋਏਗਾ, ਚਿੰਤਾ ਵਿੱਚ ਰਹੇਗਾ। ਗੋਬਿੰਦ ਰਾਏ ਜੀ ਜਿਸ ਵੇਲੇ ਸਾਰੇ ਬਚਨਾਂ ਨੂੰ ਸੁਣ ਰਹੇ ਨੇ,
ਇੱਥੇ ਦਾਦੀ ਜੀ ਅਤੇ ਮਾਤਾ ਗੁਜਰ ਕੌਰ ਜੀ ਦੋਨੇ ਸੋਚ ਰਹੇ ਨੇ ਅੱਜ ਐਸੀ ਗੱਲ ਕੀ ਹੋਈ ਸਾਡੇ ਸੁਪੁੱਤਰ ਬੇਚੈਨ ਲੱਗ ਰਹੇ ਇਹ ਕਿਸੇ ਗੱਲ ਦੇ ਵਿੱਚ ਬਹੁਤਾ ਇੰਟਰਸਟ ਦਿਲਚਸਪੀ ਨਹੀਂ ਰੱਖਦੇ ਕੋਈ ਗੱਲ ਇਹ ਦਿਲ ਤੇ ਲਾਉਂਦੇ ਨਹੀਂ ਅਨਕ ਬਿਦਨ ਕੇ ਦੁਖ ਤਿਸ ਦੇਸ਼ ਹੈ ਸੁਤ ਹਾਂ ਪਰ ਬਿਤੇ ਇਸ਼ੇਸ਼ ਕਹਿੰਦੇ ਕੋਲ ਬੈਠੇ ਸਿੱਖ ਆ ਗਏ ਉਹ ਵੀ ਸਮਝਾਉਣ ਕਹਿੰਦੇ ਗੋਬਿੰਦ ਰਾਏ ਜੀ ਸਾਡੀ ਵੀ ਬੇਨਤੀ ਮੰਨ ਲਓ ਤੁਸੀਂ ਪੰਜਾਬ ਜਾਓਗੇ ਸ਼ਰੀਕਾਂ ਨੇ ਕਰਤਾਰਪੁਰ ਵਿੱਚ ਬੈਠਿਆਂ ਨੇ ਰੌਲਾ ਪਾ ਦੇਣਾ ਵੀ ਹੁਣ ਤੱਕ ਤੇ ਗੁਰਤਾ ਗੱਦੀ ਸਾਡੀ ਚੱਲਦੀ ਹੈ ਅਸੀਂ ਪੈਸੇ ਇਕੱਠੇ ਕਰਦੇ ਆ ਤੁਸੀਂ ਕਿੱਥੋਂ ਆ ਗਏ ਅਸਲ ਵਿੱਚ ਤੁਹਾਡੇ ਨਾਲ ਵੈਰ ਉਹਨਾਂ ਨੇ ਪਾਉਣਾ ਹੈ ਲੜਾਈਆਂ ਹੋਣਗੀਆਂ ਦੰਗੇ ਫਸਾਦ ਹੋਣਗੇ ਸੋ ਮੇਰੇ ਜਬ ਹੀ ਚਿਤ ਆਵੈ ਧੀਰ ਨਾ ਉਪਜਤ ਅਜਹੁ ਡਰਾਵੈ ਕਹਿੰਦੇ ਬਸ ਇੰਨੇ ਵਚਨ ਕਹਿ ਕੇ ਦਾਦੀ ਜੀ ਨੇਤਰਾਂ 'ਚ ਅਥਰੂ ਬਹਾ ਬੈਠੇ ਇਹ ਗੱਲਾਂ ਕਿਉਂ ਕਹਿ ਰਹੇ ਨੇ ਬਾਰ-ਬਾਰ ਕਾਰਨ ਇੱਕੋ ਹੀ ਹੈ ਦਾਦੀ ਜੀ ਨੂੰ ਸਭ ਕੁਝ ਦਿਸ ਰਿਹਾ ਹੈ ਇਹਨਾਂ ਦੇ ਦਾਦਾ ਜੀ ਨੇ ਚਾਂਦਨੀ ਚੌਕ ਜਾ ਕੇ ਛੇਤੀ ਬਲੀਦਾਨ ਦੇਣਾ ਆਖੋ ਸਤਨਾਮ ਉਸ ਤੋਂ ਬਾਅਦ ਇਹਨਾਂ ਕਸਮ ਖਾ ਲੈਣੀ ਹੈ ਤੁਰਕਾਂ ਦਾ ਰਾਜ ਨਾਸ਼ ਕਰਨਾ ਹੈ ਰਾਜ ਉਹ ਸੋਚਦੇ ਸੀ ਜੇ ਮੇਰਾ ਪੋਤਾ ਇਹਨਾਂ ਚੱਕਰਾਂ 'ਚ ਨਾ ਹੀ ਪਵੇ ਹਰ ਮਾਂ ਸੋਚਦੀ ਹੈ ਇਹ ਕੀ ਵੱਡੀ ਗੱਲ ਥੋੜਾ ਉਹ ਇਸ ਕਰਕੇ ਵਾਰ-ਵਾਰ ਟਾਲਦੇ ਨੇ ਨਰ ਪੂਰਬ ਮਹਿ ਸ਼ਰਧਾ ਧਾਰੀ ਇਹਾਂ ਬਸਵੋ ਨਿਤ ਪ੍ਰਤ ਸੁਖ ਭਾਰੀ ਗੋਬਿੰਦ ਰਾਏ ਕਹਿੰਦੇ ਠੀਕ ਹੈ ਦਾਦੀ ਜੀ ਜੇ ਇੱਥੋਂ ਦੇ ਲੋਕਾਂ ਦੀ ਸ਼ਰਧਾ ਮੈਨੂੰ ਚੰਗੀ ਲੱਗੀ ਅਸੀਂ ਇੱਥੇ ਸਦਾ ਹੀ ਰਵਾਂਗੇ ਫਿਰ ਸਾਰੇ ਖੁਸ਼ ਹੋ ਗਏ ਕਹਿੰਦੇ ਜੇ ਇੱਥੋਂ ਦੇ ਲੋਕ ਮੈਨੂੰ ਠੀਕ ਨਾ ਲੱਗੇ ਤੇ ਤੁਸੀਂ ਰੋਕਣਾ ਨਹੀਂ ਮਾਤਾ ਜੀ ਅਤੇ ਦਾਦੀ ਜੀ ਦੋਨੋਂ ਕਹਿੰਦੇ ਠੀਕ ਹੈ ਬੇਟਾ ਉਹਨਾਂ ਨੂੰ ਵਿਸ਼ਵਾਸ ਸੀ ਵੀ ਇੱਥੋਂ ਦੀਆਂ ਸੰਗਤਾਂ 'ਚ ਪ੍ਰੇਮ ਜ਼ਿਆਦੇ ਹੈ ਇੱਥੋਂ ਦੇ ਗੁਰਸਿੱਖ ਮਸੰਦ ਬੜੀ ਭਾਵਨਾ ਰੱਖਦੇ ਨੇ ਦੋਹਰਾ ਪਿਤ ਕੀ ਮਾਤਾ ਕੇ ਬਚਨ ਸੁਨ ਸ਼੍ਰੀ ਗੋਬਿੰਦ ਸਿੰਘ ਤੁਰਕਨ ਮ੍ਰਿਗ ਸਮੁਦਾਇ ਕੋ ਚਹਿਤ ਹਨਿਓ ਜਿਮ ਸਿੰਘ ਸਾਰੇ ਵਚਨਾਂ ਨੂੰ ਸੁਣਨ ਤੋਂ ਬਾਅਦ ਗੋਦ ਵਿੱਚ ਉੱਠੇ ਗੋਬਿੰਦ ਰਾਏ ਕਹਿੰਦੇ ਦਾਦੀ ਜੀ ਤੁਸੀਂ ਤੁਰਕਾਂ ਦੇ ਡਰ ਦੀ ਗੱਲ ਕਰਦੇ ਹੋ ਤੁਰਕਾਂ ਦਾ ਰਾਜ ਅਸੀਂ ਉਹ ਮਲੀਆਂ ਮੇਟ ਕਰਨਾ ਸਤਨਾਮ ਹੁਣ ਸਾਰਿਆਂ ਨੂੰ ਤੇ ਲੱਗਦਾ ਸੀ ਉਮਰ ਛੋਟੀ ਹੈ ਤਾਂ ਗੱਲਾਂ ਕਰਦੇ ਨੇ ਕੋਈ ਸੋਚ ਥੋੜਾ ਜਾ ਸਕਦਾ ਹੈ ਕਿਸੇ ਦੇ ਭਵਿੱਖ ਬਾਰੇ ਕੋਈ ਥੋੜਾ ਜਾਣ ਸਕਦਾ ਵੀ ਹੁਣ ਇਹ ਗੱਲਾਂ ਕਰਦਾ ਵੱਡਾ ਕਿਹਨੇ ਕੀ ਕਰਨਾ ਹੈ ਪਰ ਸਤਿਗੁਰਾਂ ਨੇ ਸਪਸ਼ਟ ਕਹਿ ਦਿੱਤਾ ਦਾਦੀ ਜੀ ਇਹ ਹਾਥੀਆਂ ਵਾਲਿਆਂ ਦੇ ਹਾਥੀ ਨਹੀਂ ਰਹਿਣਗੇ ਇਹਨਾਂ ਦੇ ਘਰ ਦੀਵੇ ਜਗਣੇ ਨਹੀਂ ਚੋਪਈ ਸਿੱਖ ਮਸੰਦਨ ਕੀ ਵਡਿਆਈ ਜਬ ਮਾਤਾ ਨੇ ਇਸ ਵਿਦ ਗਾਈ ਜਦੋਂ ਕਹਿੰਦੇ ਮਾਤਾ ਜੀ ਨੇ ਮਸੰਦ ਸਿੱਖਾਂ ਦੀ ਵਡਿਆਈ ਕੀਤੀ ਸੱਚ ਪੁੱਛੋ ਗੋਬਿੰਦ ਰਾਏ ਜੀ ਨੂੰ ਪਸੰਦ ਨਹੀਂ ਆਈ ਉਹ ਜਾਣਦੇ ਸੀ ਮਸੰਦ ਕੀ ਕੁਝ ਕਰਦੇ ਨੇ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਤੋਂ ਮਸੰਦਾਂ ਨੇ ਆਪਣੀਆਂ ਕਰਤੂਤਾਂ ਕਰਨੀਆਂ ਸ਼ੁਰੂ ਕਰਤੀਆਂ ਮਸੰਦਾਂ ਦੀ ਪ੍ਰਥਾ ਕਿੱਥੋਂ ਚੱਲੀ ਹੈ ਬਾਬਾ ਪ੍ਰੀਤੀ ਚੰਦ ਜੀ ਤੋਂ ਅੱਜ ਵੀ ਪੰਜ ਪਿਆਰੇ ਆਖਦੇ ਨੇ ਮੀਣੀਏ ਮਸੰਦੀਏ ਧੀਰ ਬੱਲੀਏ ਰਾਮ ਰਾਈਏ ਇਹਨਾਂ ਤੋਂ ਬਚੋ ਕੌਣ ਸੀ ਇਹ ਗੁਰੂ ਘਰ ਦੇ ਆਪਣੇ ਸੀ ਇਹਨਾਂ ਨੇ ਕਸਰ ਵੀ ਕੋਈ ਨਹੀਂ ਛੱਡੀ ਆਖੋ ਸਤਨਾਮ ਹੁਣ ਇਹ ਬਚਨ ਮਸੰਦਾਂ ਦੇ ਨੇ ਸਾਰੇ ਜਿਹੜੇ ਵਿੱਚ ਆਏ ਹੋਏ ਚਾਹੇ ਉਹ ਰਾਮ ਰਾਏ ਜੀ ਦੀ ਵੰਸ ਹੈ ਚਾਹੇ ਧੀਰ ਮੱਲ ਜੀ ਦੀ ਵੰਸ ਹੈ ਚਾਹੇ ਉਹ ਵਡਭਾਗ ਸਿੰਘ ਦੀ ਵੰਸ ਇਹਨਾਂ ਨਾਲ ਸਿੱਖੀ ਦਾ ਕੋਈ ਨਾਤਾ ਨਹੀਂ ਪੰਜ ਪਿਆਰੇ ਕਿਤੇ ਵੀ ਅੰਮ੍ਰਿਤ ਪਾਨ ਕਰਾਉਂਦੇ ਨੇ ਇਹ ਬਚਨ ਉਹ ਆਪ ਆਖਦੇ ਨੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਲਿਖੇ ਗਏ ਜਦੋਂ ਗੋਬਿੰਦ ਰਾਏ ਜੀ ਨੇ ਮਸੰਦਾਂ ਦੀ ਗੱਲ ਸੁਣੀ ਚੰਗਾ ਜਾਣਾ ਲੱਗਿਆ ਸੋਚਦੇ ਨੇ ਕਿਉਂ ਨਾ ਇਹਨਾਂ ਦਾ ਪਰਦਾਫਾਸ਼ ਕਰਦੇ ਆ ਹੁਣ ਤੱਕ ਤੇ ਚੁੱਪ ਬੈਠੇ ਸੀ ਪਾਲਕੀ ਦੇਖ ਕੇ ਕੋਈ ਗੱਲ ਨਹੀਂ ਕਾਹਨੂੰ ਆਪਾਂ ਕਿਸੇ ਨੂੰ ਦੱਸਣਾ ਹੈ ਪਰ ਜਿਸ ਵੇਲੇ ਮਾਤਾ ਜੀ ਅਤੇ ਸਿੱਖ ਉਹਨਾਂ ਦੇ ਗੁਣ ਗਾ ਰਹੇ ਨੇ ਤਾਰੀਫਾਂ ਕਰ ਰਹੇ ਨੇ ਵੀ ਉਹ ਤੇ ਬੜੇ ਭਲੇ ਦੇ ਨੇਕ ਇਨਸਾਨ ਨੇ ਮਰਦ ਨੇ ਫੈਸਲਾ ਕਰ ਲਿਆ ਵੀ ਪਰਦਾ ਵੀ ਹੁਣ ਅੱਜ ਹੀ ਖੋਲਾਂਗੇ ਆਖੋ ਸਤਨਾਮ ਕਿਹੜਾ ਭਲਾ ਕੀ ਦੱਸ ਨਾਲੇ ਗੁਰੂ ਘਰ ਦੇ ਵਿੱਚ ਚੋਰੀਆਂ ਠੱਗੀਆਂ ਕਰੀ ਜਾਏ ਤੇ ਨਾਲੇ ਨਾਮ ਕਮਾਵੇ ਇਹ ਕਿਵੇਂ ਹੋ ਸਕਦਾ ਏ ਲੱਖ ਕੈ ਸਭ ਸ਼ਰਧਾਲੂ ਵਿਸ਼ੇਸ਼ ਚਹਿਤ ਰਹਿਓ ਪੂਰਬ ਹੀ ਦੇਸ਼ ਸਤਿਗੁਰ ਜੀ ਉੱਠ ਕੇ ਬਾਹਰ ਆ ਗਏ ਜਾਂਦੇ ਜਾਂਦੇ ਕਹਿ ਕੇ ਮਾਤਾ ਜੀ ਜਾਣਾ ਤੇ ਰਹਿਣਾ ਤੇ ਪੰਜਾਬ 'ਚ ਹੀ ਆਖੋ ਸਤਨਾਮ ਕਿਸੇ ਦੇ ਰੋਕਿਆ ਕੋਈ ਰੁਕਦਾ ਨਹੀਂ ਹੁੰਦਾ ਜਿੱਥੇ ਦੀ ਲਿਖਤ ਹੋਵੇ ਜਿੱਥੇ ਦੇ ਸਵਾਸ ਹੋਣ ਜਿੱਥੇ ਦਾ ਖਾਣਾ ਪੀਣਾ ਜਿੱਥੇ ਦਾ ਵਸਣਾ ਹੋਵੇ ਹੋਣੀ ਉੱਥੇ ਲਈ ਜਾਂਦੀ ਹੈ ਇੰਨੇ ਬਚਨ ਕਹਿ ਕੇ ਬਾਹਰ ਆ ਗਏ ਅੱਜ ਬੜਾ ਗੁੱਸਾ ਆਇਆ ਹੋਇਆ
ਸਾਥੀ ਆਏ ਕਿਸੇ ਨਾਲ ਖੇਡੇ ਤੱਕ ਨਾ। ਇਸ ਨਿਸ਼ਚੈ ਕੇ ਟਾਰਨ ਕਾਰਨ ਮਦਰ ਦੇਸ਼ ਹਿਤ ਕਰਨ ਪਧਾਰਨ। ਤੇ ਆਪਣੇ ਸਾਥੀਆਂ ਨੂੰ ਇੱਕ ਗੱਲ ਸਮਝਾ ਦਿੱਤੀ, ਕਹਿੰਦੇ ਬਹੁਤਾ ਪਿਆਰ ਸਾਡੇ ਨਾਲ ਨਾ ਹੋਣਾ। ਕਹਿੰਦੇ ਜੀ ਕਿਉਂ? ਕਹਿੰਦੇ ਬਹੁਤਾ ਪ੍ਰੇਮ ਪਾਓਗੇ ਤੇ ਵਿਛੜਿਆਂ ਤੋਂ ਰੋਵੋਗੇ, ਹਿਸਾਬ ਦਾ ਹੀ ਰੱਖੋ। ਗੱਲ ਸਾਰੀ ਉਹਨਾਂ ਨੂੰ ਸਮਝਾ ਦਿੱਤੀ। ਅਸੀਂ ਹੁਣ ਇੱਥੇ ਨਹੀਂ ਰਹਿਣਾ, ਅਸੀਂ ਪੰਜਾਬ ਜਾਣਾ ਏ। ਲੀਲਾ ਰਚੇ ਤਬ ਹੈ ਗੁਰ ਸੁਆਮੀ ਸਭ ਘਟ ਘਟ ਕੇ ਅੰਤਰ ਜਾਮੀ। ਸਤਿਗੁਰਾਂ ਨੇ ਕੁਝ ਸਿੱਖਾਂ ਨੂੰ ਕਿਹਾ, ਜਦੋਂ ਮਾਤਾ ਜੀ ਘਰ ਅੰਦਰ ਚਲੇ ਜਾਣ ਵਿਹੜੇ ਤੋਂ, ਪਾਲਕੀ ਚੁੱਕ ਕੇ ਬਾਹਰ ਲੈ ਆਏ। ਸਿੱਖ ਕਹਿੰਦੇ ਠੀਕ ਹੈ ਜੀ। ਹੁਣ ਗੋਬਿੰਦ ਰਾਏ ਜੀ ਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਚਨ ਕੌਣ ਮੋੜ ਸਕਦਾ ਹੈ? ਸਾਰੇ 7 ਬਚਨ ਕਹਿ ਕੇ ਬਚਨ ਕਮਾਉਂਦੇ ਨੇ। ਵਹਿਰ ਮੁਹਾਫਾ ਸੋ ਨਿਕਸਾਇਓ ਸੰਗਤ ਨਿਕਟ ਹੁਕਮ ਫਰਮਾਇਓ। ਕਹਿੰਦੇ ਸਿੱਖਾਂ ਨੂੰ ਕਹਿ ਕੇ ਮਾਤਾ ਜੀ ਤੂੰ ਅੱਖ ਬਚਾ ਕੇ ਚੋਰੀ ਪਾਲਕੀ ਬਾਹਰ ਮੰਗਾ ਲਈ। ਤੇ ਸਾਰੀਆਂ ਸੰਗਤਾਂ ਨੂੰ ਕਰ ਲਿਆ ਇਕੱਠਿਆਂ ਵੀ ਭਾਈ ਵੇਖਦੇ ਰਿਓ ਜੋ ਅਸੀਂ ਕਰਨ ਲੱਗੇ। ਹੁਣ ਜਦੋਂ ਇਹ ਸਮਾਂ ਆਇਆ, ਘਰੇ ਤੇ ਖਬਰ ਕੋਈ ਨਹੀਂ ਕੀ ਹੋ ਰਿਹਾ, ਨਾ ਕੋਈ ਚੁਗਲੀ ਕਰ ਸਕਦਾ, ਕਿਉਂਕਿ ਗੋਬਿੰਦ ਰਾਏ ਜੀ ਦਾ ਡਰ ਸਭ ਨੂੰ ਹੈ। ਉਹ ਜਾਣਦੇ ਨੇ ਇਹ ਮਾਲਕ ਨੇ, ਮਾਲਕਾਂ ਦੇ ਕੋਲ ਰਹਿ ਕੇ ਨਮਕ ਹਰਾ ਪੀਤੀ ਹੁੰਦੀ। ਤੇ ਹੁਣ ਬੈਠੇ ਬੈਠੇ ਕਾਫੀ ਸਮਾਂ ਬਤੀਤ ਹੋਇਆ। ਗੋਬਿੰਦ ਰਾਏ ਕਹਿੰਦੇ ਸਿੱਖੋ, ਜਿਹੜੇ ਪੰਜਾਬ ਵਾਲੇ ਸਿੱਖ ਸੀ, ਤੁਹਾਨੂੰ ਪਟਨੇ ਤੇ ਢਾਕੇ ਦੇ ਸਿੱਖਾਂ ਦੀ ਅਸਲੀਅਤ ਵਿਖਾ ਦਈਏ, ਇਹ ਕਿੰਨਾ ਕੁ ਪ੍ਰੇਮ ਕਰਦੇ ਨੇ। ਇੰਦਨ ਭਾਰ ਸਕੇਲਨ ਕਰੋ ਆਨ ਆਨ ਕਰ ਇਸ ਥਲ ਧਰੋ। ਜਾਓ ਲੰਗਰ ਦੇ ਵਿੱਚੋਂ ਲੱਕੜਾਂ ਦੇ ਭਾਰ ਚੁੱਕ ਕੇ ਲੈ ਕੇ ਆਓ। ਲੱਕੜਾਂ ਦੇ ਕਈ ਕੁਇੰਟਲ ਲੱਕੜ ਮੰਗਾ ਲਈ। ਕਹਿੰਦੇ ਇੱਥੇ ਢੇਰ ਲਾ, ਇੰਦਨ ਹੀ ਇੰਦਨ, ਲੱਕੜਾਂ ਹੀ ਲੱਕੜਾਂ ਅੱਜ ਇਕੱਠੀਆਂ ਕਰ ਲਈਆਂ। ਸਮਧਾ ਜਬ ਦੇਖੀ ਸਮੁਦਾਇਆ ਬੀਚ ਮੁਹਾਫਾ ਤਬੇ ਟਿਕਾਇਆ। ਕਹਿੰਦੇ ਭਾਈ ਲੱਕੜਾਂ ਚੜਦੇ ਹੋ, ਚੇਤਾ ਵਾਂਗ ਲੱਕੜਾਂ ਲਾਤੀਆਂ। ਸਿੱਖ ਕਹਿੰਦੇ ਹੁਕਮ, ਕਹਿੰਦੇ ਪਾਲਕੀ ਵਿੱਚ ਧਰ ਦਿਓ। ਆਖੋ ਸਤਨਾਮ। ਅੱਧੇ ਡਰਦਾ, ਕਹਿੰਦੇ ਬਾਬਾ ਜੀ ਆ ਕੰਮ ਅਸੀਂ ਤਾਂ ਨਹੀਂ ਕਰ ਸਕਦੇ। ਗੋਬਿੰਦ ਰਾਏ ਕਹਿੰਦੇ ਜੇ ਮੇਰੇ ਸਿੱਖੋਂ ਤੇ ਕਰੋ, ਜੇ ਨਹੀਂ ਹੈਗੇ ਤੇ ਪਿੱਛੇ ਹਟ ਜਾਓ। ਅੱਧੇ ਤੇ ਡਰਦੇ ਪਿੱਛੇ ਹੋ ਗਏ ਵੀ ਆਹ ਕਹਿ ਆਪਾਂ ਨਹੀਂ ਕਮਾ ਸਕਦੇ। 700 ਤੋਲਾ ਸੋਨਾ ਲੱਗੇ, ਹਾਥੀ ਦੰਦ ਲੱਗੇ ਅਜੇ ਤੇ ਅੱਜ ਹੀ ਕੱਲ ਆਈ ਹੈ। ਨਹੀਂ ਅੱਜ ਅਸੀਂ ਫੂਕਤੀ ਸਾੜਤੀ, ਸਾਨੂੰ ਤੇ ਗੁਰੂ ਘਰ ਚੋਂ ਧੱਕੇ ਪੈਣਗੇ, ਕਿੱਥੋਂ ਜਾ ਕੇ ਮੁੱਲ ਲਾਵਾਂਗੇ। ਗੋਬਿੰਦ ਰਾਏ ਜੀ ਨਾਲ ਜਿਹੜੇ ਪ੍ਰੇਮ ਕਰਨ ਵਾਲੇ ਸੱਚੇ ਸਿੱਖ ਸੀ ਨਾ, ਉਹਨਾਂ ਬਚਨ ਕਮਾ ਲਿਆ। ਚੁੱਕੀ ਪਾਲਕੀ ਲੱਕੜਾਂ ਵਿੱਚ ਚਿਣ ਦਿੱਤੀ। ਦਿਓ ਹੁਕਮ ਪਾਵਕ ਮੰਗਵਾਏ ਤਤ ਛਿਨ ਦਈ ਤਾਹੇ ਲਗਵਾਏ। ਕਹਿੰਦੇ ਜਦੋਂ ਮੰਗਾਈ ਅੱਗ ਲਾਂਗਰੀ ਤੋਂ, ਕਹਿੰਦੇ ਅੱਗ ਲਾਂਗਰੀ ਕਹਿੰਦਾ ਬਾਬਾ ਜੀ ਤੁਸੀਂ ਉਹ ਲਾ ਲਓ, ਤੁਸੀਂ ਉਹ ਕਿਰਪਾ ਕਰਦੇ ਹੋ, ਕਿਉਂਕਿ ਫਸਣਾ ਤੇ ਅੱਗ ਲਾਉਣ ਵਾਲੇ ਨੇ ਆ। ਕਿਹਨੇ ਲਾਈ ਜਦੋਂ ਮਾਤਾ ਜੀ ਗੁੱਸੇ ਹੋਣਗੇ। ਗੋਬਿੰਦ ਰਾਏ ਕਹਿੰਦੇ ਜਾ ਓਏ ਦਿਲ ਹੀ ਨਹੀਂ ਹੈ, ਇੱਧਰ ਫੜ ਲਿਆ ਚੱਡਾ। ਲੱਕੜਾਂ ਦੇ ਕੋਲ ਆ ਕੇ ਚਾਰੇ ਤਰਫ ਪਾਲਕੀ ਨੂੰ ਅੱਗ ਲਾ ਦਿੱਤੀ। ਚਰਨ ਲੱਗੇ ਉਹ ਸਭ ਨਰ ਬਿਸਮਾਏ ਲਾਏ ਦਰਬ ਬਹੁ ਇਹੋ ਬਨਵਾਏ। ਜਦੋਂ ਅੱਗ ਲੱਗੀ, ਹੁਣ ਸੋਨੇ ਨੂੰ ਅੱਗ ਬੜੀ ਛੇਤੀ ਪੈਂਦੀ ਹੈ, ਲੱਕੜਾਂ ਭਖੀਆਂ, ਅੱਗ ਦਾ ਭਾਂਬੜ ਮੱਚ ਗਿਆ। ਉਹ ਲੋਕੀ ਗੱਲਾਂ ਕਰਨ, ਕਹਿੰਦੇ ਆ ਬੱਚਾ ਕਬੜਾ ਹੈ, ਲੱਖਾਂ ਕਰੋੜਾਂ ਇਹ ਤੇ ਲਾਤਾ, ਵੇਖ ਲਾ ਮਿੰਟ ਚ ਸਵਾਹ ਕਰਤਾ। ਕੋਈ ਆਖੇ ਮਰਜ਼ ਦੀ ਲੀਲਾ ਹੈ, ਇਹ ਆਪਣੀਆਂ ਆਪ ਹੀ ਜਾਣਦੇ ਨੇ। ਆਤਨ ਕਹਿ ਮੰਗਵਾਵਨ ਖਾਨਾ ਕਬਹੂ ਅਰੋੜ ਨਾ ਕੀਲ ਬਿਆਨਾ। ਇੱਕ ਦਿਨ ਦੀ ਇਸ ਪਾਲਕੀ ਵਿੱਚ ਬੈਠੇ ਨਹੀਂ, ਕੀ ਇਹਨਾਂ ਨੂੰ ਜਿੱਦ ਸੀ? ਐਡੀ ਕੀਮਤੀ ਸੁਗਾਤ। ਲੋਕੀ ਗੱਲਾਂ ਕਰਦੇ ਕਿ ਬੱਚਿਆਂ ਤੇ ਬਾਂਦਰਾਂ 'ਚ ਫਰਕ ਹੁੰਦਾ, ਵੇਖ ਲੋ ਅੱਗ ਦਾ। ਗੋਬਿੰਦ ਰਾਏ ਜੀ ਹੱਸ ਰਹੇ ਨੇ, ਸੁਣ ਸੁਣ ਕੇ ਗੁੱਸਾ ਨਹੀਂ ਆਇਆ, ਕਿਉਂਕਿ ਜੋ ਉਹ ਜਾਣਦੇ ਨੇ ਉਹ ਕੋਈ ਵੀ ਨਹੀਂ ਜਾਣਦਾ। ਪਰਮਾਤਮਾ ਨੇ ਨਾ, ਪਰਮੇਸ਼ਰ ਨੇ, ਉਹ ਦੁਨੀਆ ਤੇ ਬੱਚਾ ਹੀ ਜਾਣਦੀ ਹੁੰਦਾ। ਤਾਂ ਹੀ ਤੇ ਕਹਿੰਦੇ ਸੀ ਲੋਕ ਮੈਨੂੰ ਬੱਚਾ ਸਮਝਦੇ, ਅਸੀਂ ਬੱਚੇ ਨਹੀਂ, ਅਸੀਂ ਸੰਸਾਰੀ ਨਹੀਂ। ਗੋਬਿੰਦ ਰਾਏ ਜੀ ਨੇ ਅੱਗ ਮਚਾਈ, ਨੱਚਣ ਲੱਗ ਪਏ, ਖੁਸ਼ੀ ਚ ਕੋਲ ਖੜੇ, ਭਾਂਬੜ ਮੱਚਦਾ, ਪਾਲਕੀ ਨੂੰ ਅੱਗ ਲੱਗੀ। ਲੋਕੀ ਕਹਿੰਦੇ ਵੇਖ ਲੋ ਮਾਂ ਦੀ ਰੀਝ ਅਜੇ ਪੂਰੀ ਨਹੀਂ ਹੋਈ, ਭਾਂਬੜ ਪਹਿਲਾਂ ਲਾਤਾ। ਨਹਿ ਕੋ ਦਿਨ ਇਸ ਕੋ ਸੁਖ ਲਿਓ ਆਵਤ ਹੀ ਜਰਾਏ ਕਰ ਦਿਓ। ਕਹਿੰਦੇ ਇੱਕ ਦਿਨ ਦਾ ਵੀ ਸੁੱਖ ਨਹੀਂ ਮਾਣਿਆ, ਬਹਿ ਕੇ ਵੀ ਨਹੀਂ ਵੇਖਿਆ, ਹੁਣ ਸਾਰਾ ਅੱਗ ਲਾ ਕੇ ਰੌਲਾ ਪਾਉਣ ਲੱਗ ਗਏ। ਕਹਿੰਦੇ ਵੇਖ ਲੋ ਵੱਡਿਆਂ ਦੀਆਂ ਵੱਡੀਆਂ ਗੱਲਾਂ। ਪਰ ਜਿਹੜੇ ਪ੍ਰੇਮ ਵਾਲੇ ਸਿੱਖ ਸੀ ਨਾ, ਪ੍ਰੇਮ ਵਾਲੇ, ਉਹਨਾਂ ਨੇ ਸ਼ੰਕਾ ਨਹੀਂ ਕੀਤਾ। ਕਹਿੰਦੇ ਗੁਰੂ ਜੋ ਕਰਦਾ ਸੋ ਭਲਾ ਕਰਦਾ ਏ। ਜਾਏ ਨਾਨਕੇ ਨਿਕਟ ਬਤਾਵਾ ਸੋ ਪਾਵਕ ਕੇ ਬੀਜ ਜਰਾਵਾ। ਕਿਸੇ ਨੇ ਥੋੜੀ ਦੇਰ ਬਾਅਦ ਜਾ ਕੇ ਦਾਦੀ ਨਾਨਕੀ ਜੀ ਨੂੰ ਦੱਸ ਦਿੱਤਾ, ਵੇਖੋ ਜੀ ਤੁਹਾਡੇ ਪੋਤੇ ਨੇ ਤਾਂ ਪਾਲਕੀ ਫੂਕ ਵੀ ਦਿੱਤੀ। ਦਾਦੀ ਜੀ ਕਹਿੰਦੇ ਹੈ ਹੁਣੇ ਤੇ ਪਈ ਸੀ।
ਕਹਿੰਦੇ ਬਾਹਰ ਆ ਕੇ ਵੇਖੋ ਉਹਦਾ ਤੇ ਸੰਸਕਾਰ ਹੋ ਗਿਆ। ਸੁਨ ਕਰ ਦਾਸਨ ਸਾਤ ਬਖਾਨਾ ਮਹਾਪੁਰਖ ਇਹੋ ਗੁਰੂ ਮਹਾਨਾ। ਜਦੋਂ ਵੇਖੋ ਜੀ ਦਾਦੀ ਜੀ ਦਾ ਜਵਾਬ, ਜਦੋਂ ਭਾਂਬੜ ਮੱਚਦਾ ਕੋਠੇ ਤੋਂ ਵੇਖਿਆ, ਕਹਿੰਦੇ ਕੋਈ ਗੱਲ ਨਹੀਂ ਭਾਈ, ਮਹਾਪੁਰਖਾਂ ਦੀਆਂ ਮਹਾਪੁਰਖੀ ਜਾਣਦੇ ਆਖੋ ਸਤਨਾਮ। ਜੇ ਅੱਜ ਦੀ ਦਾਦੀ ਹੁੰਦੀ ਚਲਾ ਚਲਾ ਮਾਰਦੀ ਪੋਤੇ ਨੂੰ ਕੰਧਾਂ ਨਾਲ ਵੀ ਇੰਨਾ ਕੀਮਤੀ ਸੋਨਾ ਤੇ ਤੈਨੂੰ ਅਕਲਾਂ ਹੀ। ਦਾਦੀ ਜੀ ਨੇ ਹੱਥ ਜੋੜ ਤੇ ਮਾਤਾ ਜੀ ਨੇ ਕੁਛ ਨਹੀਂ ਆਖਿਆ, ਕਹਿੰਦੇ ਜੋ ਕਰਦੇ ਨੇ ਇਹਨਾਂ ਨੂੰ ਕਰ ਲੈਣ ਦਿਓ। ਹੁਕਮ ਨਾ ਫੇਰਿਓ ਜਾਏ ਤਿਨੋ ਕਾ ਨਿਕਸਤ ਮੁਖ ਤੇ ਫੁਰਹਿ ਜਿਨੋ ਕਾ। ਸੰਤ ਸਿੱਖ ਭੱਜੇ ਫਿਰਦੇ, ਦਾਦੀ ਜੀ ਇੰਨਾ ਨੁਕਸਾਨ ਹੋ ਗਿਆ ਮਾਤਾ ਜੀ, ਤੁਸੀਂ ਕਹਿੰਦੇ ਕਿਉਂ ਨਹੀਂ, ਝਿੜਕਦੇ ਕਿਉਂ ਨਹੀਂ? ਮਾਤਾ ਜੀ ਕਹਿੰਦੇ ਨਹੀਂ ਭਾਈ, ਪਰਮਾਤਮਾ ਦੇ ਅੱਗੇ ਜ਼ੋਰ ਨਹੀਂ ਹੁੰਦਾ, ਜੋ ਹੁਕਮ ਕਰਦੇ ਨੇ ਸਤ ਵਚਨ ਕਹਿ ਕੇ ਮੰਨ ਲਓ। ਚਾਹੇ ਪਾਲਕੀ ਨੂੰ ਅੱਗ ਲਾਉਣ, ਚਾਹੇ ਪਾਣੀ ਵਿੱਚ ਡੁੱਬਣ, ਅਸੀਂ ਤੇ ਸੇਵਾ ਕਰਾਤੀ। ਹੁਣ ਸਾਡਾ ਉੱਥੇ ਕਿਹੜਾ ਨਾਂ ਲਿਖਿਆ, ਆਖੋ ਸਤਨਾਮ। ਇਹਨੂੰ ਸੇਵਾ ਕਹਿੰਦੇ। ਇੱਥੇ ਮਾੜੀ ਚੀਜ਼ ਕਿਸੇ ਨੇ ਭੇਟਾ ਕੀਤੀ ਹੋਵੇ ਨਾ ਕਿਸੇ ਗੁਰਦੁਆਰੇ ਚ, ਗੁਰੂ ਘਰ ਦੇ ਵਿੱਚ ਰੁਮਾਲਾ ਸਾਹਿਬ ਵੀ ਕਿਤੇ 5-6 ਹਜ਼ਾਰ ਦਾ ਸੈੱਟ ਲਾਇਆ ਹੋਵੇ, ਉਹ ਮਹੀਨੇ ਕੇ ਬਾਅਦ ਆ ਕੇ ਬਾਬਾ ਜੀ ਸਾਡੇ ਵਾਲਾ ਰੁਮਾਲਾ ਸਾਹਿਬ ਕਿੱਥੇ ਹੈ? ਜੇ ਤੁਹਾਡੇ ਵਾਲਾ ਫਿਰ ਘਰੇ ਲੈ ਜਾਓ, ਇਹ ਤੇ ਗੁਰੂ ਸਾਹਿਬ ਦਾ ਹੈ। ਚਾਹੇ ਉਹਨੂੰ ਕੋਈ ਸਾੜੇ, ਚਾਹੇ ਪਾਣੀ ਵਿੱਚ ਰੱਖੇ, ਚਾਹੇ ਕਿਸੇ ਨੂੰ ਦੇ ਦੇ, ਜਦੋਂ ਤੁਸੀਂ ਪਿਆਰ ਨਾਲ ਦੇਤਾ ਤੇ ਤੁਹਾਡਾ ਤੇ ਹੱਕ ਹੀ ਕੋਈ ਨਹੀਂ ਹੁੰਦੇ। ਦਾਦੀ ਜੀ ਤੇ ਮਾਤਾ ਜੀ ਕਹਿੰਦੇ ਭਾਈ ਉਹਨਾਂ ਦੀ ਪਾਲਕੀ ਸੀ, ਜੋ ਮਰਜ਼ੀ ਕਰਨ ਸਾਨੂੰ ਕੋਈ ਫਰਕ ਨਹੀਂ। ਲੱਗੀ ਆਗ ਸਗਰੋ ਜਰ ਗਇਓ ਸੀਤਲ ਭਸਮ ਜਪਹਿ ਤਿਸ ਭਇਓ। ਕਹਿੰਦੇ ਜਦੋਂ ਅੱਗ ਲੱਗੀ ਲੱਕੜਾਂ ਭਸਮ ਹੋ ਗਈਆਂ, ਪਾਲਕੀ ਲੱਭੇ ਨਾ। ਹੁਣ ਪਾਲਕੀ ਨੇ ਕੀ ਲੱਭਣਾ ਸੀ, ਪਿਘਲ ਕੇ ਉਹ ਤੇ ਥੋੜੀ ਜਿਹੀ ਬਣ ਗਈ ਵਿੱਚ, ਬਿਲਕੁਲ ਥੋੜੀ ਜਿਹੀ ਹੋ ਗਈ। ਗੋਬਿੰਦ ਰਾਏ ਕਹਿੰਦੇ ਸਿੱਖੋ ਜਾਓ ਲੰਗਰ ਚੋਂ ਪਾਣੀ ਦੀਆਂ ਬਾਲਟੀਆਂ ਲੈ ਕੇ ਆਓ। ਹੁਣ ਜਿਹੜੇ ਪਿਆਰ ਵਾਲੇ ਭਾਵਨਾ ਵਾਲੇ ਸਿੱਖ ਸੀ ਉਹ ਬਚਨ ਥੋੜਾ ਮੋੜਦੇ ਨੇ, ਉਹਨਾਂ ਨੂੰ ਤੇ ਪਤਾ ਹੈ ਸਤਿਗੁਰ ਨੇ ਪਰਮਾਤਮਾ ਨੇ ਕਸਵੱਟੀ ਲਾਉਂਦੇ ਨੇ ਸਾਡੇ ਤੇ। ਉਹ ਪਾਣੀ ਦੀਆਂ ਬਾਲਟੀਆਂ ਲੈ ਕੇ ਆਏ, ਕਹਿੰਦੇ ਮੱਚਦੇ ਭਾਂਬੜ ਤੇ ਪਾ ਦਿਓ। ਜੀਤੋ ਹੇਮ ਤਿਸ ਤੇ ਨਿਕਸਾਇਓ ਕਹਿ ਸਤਿਗੁਰ ਨੇ ਸਰਬ ਚਨਾਇਓ। ਕਹਿੰਦੇ ਜਿੰਨਾ ਠੰਡਾ ਕਰਨ ਤੋਂ ਬਾਅਦ ਸੋਨਾ ਨਿਕਲਿਆ, ਮਰਦ ਕਹਿੰਦੇ ਹੁਣ ਪ੍ਰਾਤ ਚੁੱਕ ਲਿਆ, ਉਠਾ ਲਓ ਚੁਠਾ ਲਓ। ਹੁਣ ਸੋਨਾ ਨਿਕਲਣਾ ਤੇ ਜ਼ਰੂਰੀ ਹੈ, ਹਾਥੀ ਦੰਦ ਵੀ ਨਿਕਲਣਗੇ, ਕਿਉਂਕਿ ਹੱਡੀਆਂ ਅਤੇ ਧਾਤ ਕੋਈ ਅੱਗ ਚ ਨਹੀਂ ਸੜਦੀ, ਇਕੱਠੀਆਂ ਆਪ ਇੱਕ ਪਾਸੇ ਹੋ ਜਾਂਦੀ। ਗੋਬਿੰਦ ਰਾਏ ਜੀ ਆਪ ਪਾਣੀ ਵਿੱਚੋਂ ਚੁਣ ਚੁਣ ਕੇ ਧੋ ਧੋ ਕੇ ਉਹਨਾਂ ਚੀਜ਼ਾਂ ਨੂੰ, ਜਿਹੜਾ ਸੋਨਾ ਸੀ, ਇੱਕ ਥਾਲ ਵਿੱਚ ਪਾਉਂਦੇ ਨੇ। ਨੀਕੇ ਜਲ ਮੈਂ ਕੀਨ ਪਖਾਰਨ ਨਿਕਟ ਅਨਾਇਓ ਕਰਿਓ ਨਿਹਾਰਨ। ਕਹਿੰਦੇ ਧੋ ਧੋ ਕੇ ਇੱਕ ਪਰਾਤ ਭਰ ਗਈ, 700 ਤੋਲੇ ਸੋਨਾ ਇੱਕ ਪਰਾਤ ਜੀ ਆ ਗਿਆ ਥਾਲ ਚ। ਕਹਿੰਦੇ ਸਿੱਖੋ ਵੇਖ ਲਿਆ ਨਾ ਤੁਹਾਡੇ ਸਾਹਮਣੇ ਕੀ ਕੁਝ ਹੋਇਆ? ਕਹਿੰਦੇ ਹਾਂਜੀ, ਅੱਗ ਵੀ ਲਾਈ ਹੈ, ਕੋਈ ਹੇਰ ਫੇਰ ਨਹੀਂ ਕੀਤੀ, ਤੁਹਾਡੇ ਸਾਹਮਣੇ ਜੋ ਨਿਕਲਿਆ ਉਹ ਕੱਢਿਆ ਗਿਆ ਏ। ਦਾਸਨ ਕੇ ਕਰ ਮਹਿ ਉਚਵਾਏ ਅੰਤਰ ਮਾਤਾ ਤੀਰ ਸਿਧਾਏ। ਆਓ ਫਿਰ ਚੱਲੀਏ ਮਾਤਾ ਜੀ ਕੋਲੇ, ਜਿਹੜੇ ਸਿੱਖਾਂ ਨੂੰ ਬੜਾ ਮਾਣ ਦਾ ਰੁਤਬਾ ਦਿੰਦੇ ਸੀ, ਸਿੱਖਾਂ ਤੋਂ ਚੁਕਵਾਇਆ ਉਹ ਸਮਾਨ ਜਾਂ ਅੰਦਰ ਲੈ ਆਏ। ਮਾਤਾ ਜੀ ਕਹਿੰਦੇ ਮੇਰੇ ਪੁੱਤ ਨੇ ਅੱਜ ਕੀ ਕੌਤਕ ਵਰਤਾਇਆ? ਕਹਿੰਦੇ ਮਾਤਾ ਜੀ ਹੁਣ ਕੋਲ ਹੋ ਕੇ ਵੇਖ ਲਾ, ਮੈਂ ਥੋੜਾ ਤੁਹਾਨੂੰ ਕਹਿੰਦਾ ਸੀ ਵੀ ਇੱਥੋਂ ਚੱਲੀਏ, ਇੱਥੋਂ ਦੇ ਲੋਕ ਮਨ ਕਰਕੇ ਹੋਰ ਨੇ। ਧਰਿਓ ਸੋ ਜਾਏ ਨਾਨਕੀ ਬਾਸ ਬਟੋ ਮਸੰਦ ਬੁਲਾਕੀ ਦਾਸ। ਜਦੋਂ ਥਾਲ ਕੋਲੇ ਰੱਖੇ ਸਤਿਗੁਰ ਤਾੜੀ ਮਾਰ ਕੇ ਕਹਿੰਦੇ ਮਾਤਾ ਜੀ ਧੰਨ ਹੈ ਬੁਲਾਕੀ ਦਾਸ ਮਸੰਦ, ਜਿਹਦੀਆਂ ਤਾਰੀਫਾਂ ਤੁਸੀਂ ਕਰਦੇ ਸੀ ਮੈਥੋਂ ਸੁਣ ਨਹੀਂ ਸੀ ਹੁੰਦੀਆਂ, ਅੱਜ ਉਸ ਗੁਰਸਿੱਖ ਮਰ ਜੀਵੜੇ ਦੀਆਂ ਤਾਰੀਫਾਂ ਮੈਂ ਕਰਨ ਲੱਗਿਆ, ਜਰਾ ਤੁਸੀਂ ਵੀ ਸੁਣਿਓ। ਤਿਸ ਕੀ ਇਹ ਕਰਤੂਤ ਨਿਹਾਰੋ ਜਿਸ ਤਾਰੀਫ ਕੋ ਆਪ ਉਚਾਰੋ। ਸਾਈਡਾਂ ਤੋਂ ਬਚਨ ਕਹਿ ਕੇ ਸਤਿਗੁਰ ਕਹਿੰਦੇ ਮਾਤਾ ਜੀ ਨੇੜੇ ਹੋ ਕੇ ਵੇਖੋ ਬਲਾਕੀ ਦਾਸ ਮਸੰਦ ਦੀ ਕਰਤੂਤ, ਹੱਥ ਲਾ ਕੇ ਤੇ ਵੇਖੋ ਸੋਨੇ ਨੂੰ। ਮਾਤਾ ਜੀ ਨੇੜੇ ਆਏ ਤੇ ਦਾਦੀ ਜੀ ਕੋਲੇ ਹੋਏ, ਜਦੋਂ ਕਹਿੰਦੇ ਥਾਲ ਦੇ ਵਿੱਚ ਪਏ ਸੋਨੇ ਨੂੰ ਹੱਥ ਲਾਇਆ, ਵੇਖ ਕੇ ਹੈਰਾਨ ਹੋ ਗਏ। ਬਟ ਸ਼ਰਧਾਲੂ ਪੂਰਬ ਦੇਸ਼ ਦੇਖੋ ਤਿਨ ਕੇ ਕਪਟ ਵਿਸ਼ੇਸ਼। ਬਸ ਇੰਨਾ ਵਚਨ ਕਹਿ ਕੇ ਸਤਿਗੁਰ ਸੰਗਤਾਂ ਨੂੰ ਸੰਬੋਧਨ ਕਰਦੇ ਨੇ, ਕਹਿੰਦੇ ਵੱਡੇ ਸ਼ਰਧਾਲੂ ਵੱਡਿਆਂ ਦੇਸ਼ਾਂ ਦੇ, ਜਵਾਨਾਂ ਤੋਂ ਮਿੱਠੇ ਉਹ ਅੰਦਰ ਦੇ ਕਪਟੀ ਤੇ ਪਾਪੀ ਨੇ।
ਇਹੋ ਜਿਹੇ ਲੋਕਾਂ ਨੂੰ ਰੱਬ ਦੇ ਘਰ 'ਚ ਥਾਂ ਨਹੀਂ ਮਿਲਦੀ। ਆਖੋ ਸਤਨਾਮ। ਇਹ ਕੋਰੇ ਕਰਾਰੇ ਬਚਨ ਨਿਡਰ ਹੋ ਕੇ ਗੋਬਿੰਦ ਰਾਏ ਜੀ ਨੇ ਬੋਲ ਦਿੱਤੇ। ਦਸਮ ਅੰਸ ਕੰਚਨ ਇਸ ਮਾਹੀ ਤਾਂਬ ਅਪਰ ਕਿਰਾਇਓ ਤਾਹੀ। ਮਾਤਾ ਜੀ ਕਹਿੰਦੇ ਪੁੱਤ ਮੈਨੂੰ ਬਹੁਤੀ ਗੱਲ ਸਮਝ ਨਹੀਂ ਆਈ। ਸਤਿਗੁਰੂ ਆਪ ਹੱਥ 'ਚ ਫੜ ਕੇ ਕਹਿੰਦੇ ਮਾਤਾ ਜੀ 700 ਤੋਲੇ ਸੋਨਾ ਸੀ ਨਾ, ਆ ਸਾਰਾ ਇਹਦੇ ਵਿੱਚ 10 ਕੁ ਤੋਲੇ ਹੈ, ਸਾਰਾ 10 ਤੋਲੇ। ਹੁਣ ਉਸ ਮਸੰਦ ਨੇ 10ਵਾਂ ਹਿੱਸਾ ਸੋਨਾ ਲਾਇਆ। ਇਹਨੂੰ ਤੁਸੀਂ ਕਹਿੰਦੇ ਸੀ ਬੜਾ ਸੋਹਣਾ, ਕਹਿੰਦੇ ਸਾਰਾ ਤਾਂਬਾ ਹੀ ਫਿੱਟ ਕਰੀ ਫਿਰਦਾ। ਆਖੋ ਸਤਨਾਮ। ਹੁਣ ਆਮ ਤੌਰ ਤੇ ਗੁਰੂ ਘਰਾਂ ਤੇ ਸੋਨਾ ਲੱਗਿਆ ਉਹ ਤੋਲਿਆਂ ਦੇ ਹਿਸਾਬ ਨਾਲ ਥੋੜਾ ਹੈ। ਤਾਂਬੇ ਦੀ ਪਲੇਟ ਉੱਤੇ ਪੱਤਰੇ ਲਾਏ ਜਾਂਦੇ ਸੋਨੇ ਦੇ, ਫਿਰ ਰਗੜਾਈ ਕੀਤੀ ਜਾਂਦੀ ਹੈ, ਦੇਖਣ ਨੂੰ ਲੱਗਦਾ 골ਡ ਹੈ ਪੂਰਾ, ਸਿਰਫ ਉਹ ਕਹਿ ਲੋ ਪਾਣੀ ਦਾ ਧੋ ਚੜਿਆ ਹੋਇਆ। ਹੁਣ ਇਸ ਪਾਲਕੀ ਤੇ ਸਾਰਾ ਹੀ ਸਿੱਖ ਨੇ ਤਾਂਬਾ ਚੜਿਆ ਹੋਇਆ ਸੀ। ਉੱਤੇ ਪਾਲਿਸ਼ ਇੰਨੇ ਤਰੀਕੇ ਨਾਲ ਕੀਤੀ ਤੇ ਲੱਗੇ ਜੀ ਸੋਨੇ ਦੀ ਪਾਲਕੀ ਹੈ। ਵਰਦ ਕੇ ਤੇ 10ਵਾਂ ਹਿੱਸਾ ਸੋਨਾ ਲਾ ਕੇ ਤਾਂਬਾ ਚੜ ਗਿਆ ਹੈ। ਮਾਤਾ ਜੀ ਕਹਿਣਾ ਹੀ ਪੈਣਾ ਸਿੱਖ ਦੀ ਕਮਾਈ ਬੜੀ ਧੰਨ। ਆਖੋ ਸਤਨਾਮ। ਇਹੋ ਜਿਹੇ ਸਿੱਖਾਂ ਤੋਂ ਰੱਬ ਸਾਨੂੰ ਸਦਾ ਦੂਰ ਰੱਖੇ। ਗੁਰ ਘਰ ਕੀ ਤਿਸ ਮੁਜਰ ਸਭ ਦੇਤ ਸਕਲ ਮੋਲ ਹਾਟਕ ਕੋ ਲੇਤ। ਦੁਕਾਨਦਾਰਾਂ ਕੋਲੋਂ ਮਾਇਆ ਪੂਰੀ ਲੈ ਰਹੇ ਤੇ ਸੰਗਤਾਂ ਕੋਲੋਂ ਮਾਇਆ ਪੂਰੀ ਲੈ ਰਹੇ ਨੇ, ਤੇ ਗੁਰੂ ਘਰ ਨੂੰ ਜੋ ਬਣਾ ਕੇ ਦੇ ਰਹੇ ਨੇ ਉਹਦੇ ਵਿੱਚੋਂ 90% ਤੇ ਆਪਣੇ ਘਰੇ ਰੱਖ ਲਿਆ ਤੇ 10ਵਾਂ ਹਿੱਸਾ ਗੁਰੂ ਘਰ ਭੇਜ ਦਿੱਤਾ। ਮਾਤਾ ਜੀ ਇਹ ਮਸੰਦ ਲੋਕਾਂ ਦੇ ਪੂਰਵ ਵਾਲਿਆਂ ਦੇ ਆ ਹਾਲ ਹੋ ਗਏ ਨੇ। ਰਾਖਤ ਘਰ ਸਤਿਗੁਰ ਕੀ ਕਾਰ ਭਾਖਤ ਕਰਿਓ ਮੁਹਾਫਾ ਤਿਆਰ। ਦੇਖੋ ਆ ਪਾਲਕੀ ਤਿਆਰ ਕੀਤੀ ਇਹਨਾਂ ਨੇ ਤਾਂਬੇ ਦੀ, ਤੇ ਤੁਸੀਂ ਕਹਿੰਦੇ ਸੀ ਹਾਥੀ ਦੇ ਦੰਦ ਲੱਗਿਆ, ਸਾਰੇ ਪੱਥਰ ਲੱਗੇ ਹੋਏ। ਹੁਣ ਫਰਕ ਕਰਤੀ ਨਾ ਮਾਤਾ ਜੀ ਬੜੇ ਹੈਰਾਨ ਹੋਏ, ਕਹਿੰਦੀ ਗੱਲ ਤੇ ਸੱਚੀ ਆ। ਉਹ ਜਿਹੜੇ ਗੱਲਾਂ ਕਰਦੇ ਸੀ ਬੱਚੇ ਚੁੱਪ ਕਰਕੇ ਸਰਕਣ ਲੱਗ ਗਏ। ਆਖੋ ਸਤਨਾਮ। ਕਿਸ ਕੋ ਇਥੋਂ ਆਪਾਂ ਇੱਥੇ ਕੀ ਕਰਨਾ, ਸਾਡੇ ਤੇ ਗੱਲ ਆਜੂ। ਅੱਜ ਗੋਬਿੰਦ ਰਾਏ ਕਹਿੰਦੇ ਮਾਤਾ ਜੀ ਵੇਖੋ ਲੋਕਾਂ ਦੇ ਹਾਲਾਤ, ਤੇ ਗੁਰੂ ਘਰ ਦਾ ਜ਼ਹਿਰ ਹੈ, ਗੁਰੂ ਘਰ ਦੀ ਮਾਇਆ ਜਿਹਨੇ ਆਪਣੇ ਘਰ ਵਿੱਚ ਰੱਖੀ ਉਹਦਾ ਘਰ ਹੀ ਬਰਬਾਦ ਹੋ ਜਾਂਦਾ। ਆਖੋ ਸਤਨਾਮ। ਸੜ ਜਾਂਦਾ ਸਾਰਾ ਕੁਝ। ਜ਼ਹਿਰ ਹੈ ਜ਼ਹਿਰ। ਅਨੰਦਪੁਰ ਦੀ ਧਰਤੀ ਤੇ ਮਾਇਆ ਸਤਿਗੁਰਾਂ ਕੋਲ ਥੋੜੀ ਸੀ। ਕਿਉਂ ਸਿੱਖ ਜੰਗਲਾਂ ਦੇ ਪੱਤੇ ਖਾਂਦੇ ਸੀ? ਮਰਦ ਕਹਿੰਦੇ ਸੰਗਤਾਂ ਦੀ ਮਾਇਆ ਸਿੱਖੋ, ਜੇ ਤੁਸੀਂ ਵਰਤਣ ਲੱਗੇ ਨਾ ਹੱਡੀਆਂ 'ਚ ਕੋੜ ਪੈਣ ਲੱਗ ਪੈਣਾ, ਤੁਰ ਨਹੀਂ ਹੋਣਾ, ਚੱਲ ਨਹੀਂ ਹੋਣਾ, ਕਿਸੇ ਕੰਮ ਦੇ ਨਹੀਂ ਤੁਸੀਂ ਰਹਿਣਾ। ਇਸ ਮਾਇਆ ਤੋਂ ਜਿੰਨਾ ਬਚੋਗੇ, ਜਿੰਨਾ ਦੂਰ ਰਹੋਗੇ, ਜਿੰਨੀ ਮਿਹਨਤ ਦੀ ਲਓਗੇ ਉਹਨੇ ਚੰਗੇ ਰਹੋਗੇ। ਮਾਤਾ ਜੀ ਇਹਨਾਂ ਮਸੰਦਾਂ ਦੇ ਦਿਨਾਂ ਚਾਰ ਨੇ ਹਾਸਿਆਂ ਵਾਲੇ, ਮੁੜ ਕੇ ਜ਼ਿੰਦਗੀ ਭਰ ਰੋਣਗੇ। ਐਸੇ ਨਰ ਹੈ ਪੂਰਬ ਦੇਸ਼ ਬੁੱਧ ਹੋਰੇ ਗੋਰੇ ਇਨ ਬੇਸ। ਇਹਨਾਂ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ, ਮਤ ਤੇ ਪਰਦਾ ਪੈ ਗਿਆ ਹੈ। ਕੀ ਹੋਇਆ ਜੇ ਉਤੋਂ ਹਾਂਜੀ ਹਾਂਜੀ ਕਰ ਲਿਆ, ਗੁਰਦੁਆਰੇ ਆ ਕੇ ਮੱਥਾ ਟੇਕ ਲਿਆ, ਮਿੱਠਾ ਬੋਲ ਲਿਆ, ਗੁਰੂ ਘਰ ਵਿੱਚ ਮੋਹਰੀ ਹੋ ਗਏ, ਫਰਕ ਕੋਈ ਨਹੀਂ। ਮਾਤਾ ਜੀ ਜਦੋਂ ਤੱਕ ਮਤ ਗੁਰੂ ਦੀ ਨਾ ਬਣੀ ਉਦੋਂ ਤੱਕ ਇਹ ਸਾਰੇ ਨਰਕਾਂ ਦੀ ਭਾਗੀ ਨੇ। ਆਖੋ ਸਤਨਾਮ। ਜਿਹਦੀ ਮਤ ਗੁਰੂ ਦੀ ਬਣ ਗਈ ਉਹਨੂੰ ਕਿਹਾ ਜਾਂਦਾ ਗੁਰਮਤੀਆ, ਜਿਹਦੀ ਮਤ ਮਨ ਵਾਲੀ ਹੈ ਉਹਨੂੰ ਕਿਹਾ ਜਾਂਦਾ ਮਨਮਤੀਆ। ਗੋਬਿੰਦ ਰਾਏ ਜੀ ਨੇ ਅੱਜ ਇਹ ਬਚਨ ਸੁਣਾ ਦਿੱਤੇ। ਇਹਨਾਂ ਬਚਨਾਂ ਨੂੰ ਸਤਿਗੁਰਾਂ ਨੇ ਫਿਰ ਪਿਉਰੀਫਾਈ ਕੀਤਾ, ਖਾਲਸਾ ਪੰਥ ਸਜਾ ਕੇ ਸਿੱਖ ਬਣਾਇਆ। ਮਰਦ ਕਹਿੰਦੇ ਸਿੰਘ ਸਜਾ ਕੇ ਸਿੱਖ ਬਣਾ ਕੇ 5 ਪ੍ਰਕਾਰ ਦੀ ਸਿੱਖੀ ਬਖਸ਼ ਦਿੱਤੀ, ਜਿਨ੍ਹਾਂ ਵਿੱਚ ਪ੍ਰੇਮ ਤੇ ਸਿਦਕ ਦੀ ਸਿੱਖੀ ਮਹਾਨ ਹੈ। 3 ਪ੍ਰਕਾਰ ਦੀ ਸਿੱਖੀ ਲਾਲਚ ਦੀ, ਦੇਖਾ ਦੇਖੀ ਦੀ, ਲੋਕ ਵਿਖਾਵੇ। ਇਹ ਸਿੱਖੀਆਂ ਮਰਦ ਕਹਿੰਦੇ ਪ੍ਰਵਾਨ ਨਹੀਂ, ਪ੍ਰਵਾਨ ਦੋਈ ਨਹੀਂ, ਜਾਂ ਬਹੁਤਾ ਪ੍ਰੇਮ ਕਰਨ ਵਾਲਾ ਜਾਂ ਸਿਦਕ ਤੋਂ ਨਾ ਡੋਲਣ ਵਾਲਾ। 2 ਪ੍ਰਕਾਰ ਦੇ ਸਿੱਖ ਗੁਰੂ ਘਰ ਵਿੱਚ ਪ੍ਰਵਾਨ ਨੇ, ਬਾਕੀਆਂ ਨੂੰ ਤੁਸੀਂ ਸਹਿਜ ਧਾਰੀ ਕਹਿ ਕੇ ਸਾਰੀ ਚੱਲੋ। ਆਖੋ ਸਤਨਾਮ। ਕੋਈ ਫਰਕ ਨਹੀਂ ਪੈਂਦਾ। ਦਸ਼ਮੇਸ਼ ਜੀਆਂ ਨੇ ਛੋਟੀ ਉਮਰ ਦੇ ਵਿੱਚ ਪੂਰਬ ਦੇ ਲੋਕਾਂ ਦੀ ਹਾਲਤ ਵਿਖਾ ਦਿੱਤੀ। ਅੱਜ ਦੇ ਦਿਨ ਜਿਹੜੇ ਚੱਲ ਰਹੇ ਨੇ, ਮੇਰੇ ਕਲਗੀਧਰ ਪਿਤਾ ਜੀ ਚਮਕੌਰ ਦੀ ਗੜੀ ਵਿੱਚ ਤਾੜੀ ਮਾਰ ਕੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਨੂੰ ਸੁਨੇਹਾ ਦੇ ਕੇ ਆ ਗਏ, ਗੁਰਮੁਖੋ ਅਸੀਂ ਤੁਹਾਡੇ ਤੋਂ ਵਿਛੜ ਜਾਣਾ, ਜੇ ਸਾਨੂੰ ਮਿਲਣਾ ਹੋਵੇ ਧਰੂ ਤਾਰੇ ਦੀ ਸੇਧ ਜੰਗਲਾਂ ਵਿੱਚ ਆ। ਚਲਦੇ ਚਲਦੇ ਮੇਰੇ ਸਤਿਗੁਰ ਚਰਨਾਂ 'ਚ ਜੋੜਾ ਲਾ ਦਿੱਤਾ। ਜਦੋਂ ਤਾੜੀ ਮਾਰੀ ਹੈ ਲੁਕ ਕੇ ਨਹੀਂ ਗਏ, ਸ਼ਰਿਆਮ ਨਿਕਲੇ ਨੇ। ਹਿੰਦ ਦਾ ਪੀਰ ਚੱਲਿਆ, ਜਿੱਥੇ ਜੁਰਤ ਹੈ ਫੜ ਲਓ। ਇੱਥੋਂ ਆ ਕੇ ਸਤਿਗੁਰ ਝਾੜ ਸਾਹਿਬ ਰੁਕੇ, ਜਿੱਥੇ ਗੁਰਦੁਆਰਾ ਝਾੜ ਸਾਹਿਬ। ਇੱਥੇ ਥੋੜੀ ਦੇਰ ਆਰਾਮ ਕੀਤਾ, ਫਿਰ ਇਹ ਤੋਂ ਅੱਗੇ ਚੱਲੇ ਜਿੱਥੇ ਗੁਰਦੁਆਰਾ ਕੰਗਾ ਸਾਹਿਬ ਬਣਿਆ ਹੋਇਆ। ਇੱਥੇ ਬਹਿ ਕੇ ਸਤਿਗੁਰਾਂ ਨੇ ਕੇਸਾਂ 'ਚ ਕੰਗਾ ਕੀਤਾ, ਇੱਕ ਸਿੱਖ ਦੇ ਘਰ ਕੰਗਾ ਉਹਨੂੰ ਬਖਸ਼ ਦਿੱਤਾ। ਉੱਥੋਂ ਚੱਲ ਕੇ ਰਾਤੋਂ ਰਾਤ ਅੰਮ੍ਰਿਤ ਵੇਲੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਦੀ ਮਾਛੀਵਾੜੇ ਦੀ ਧਰਤੀ ਤੇ ਆਏ। ਜੰਗਲ ਹੈ,
जंगल दे विच खूह वेखिया, जल छकिया, टिंड पत्थर लेके सराहना ला के सतगुर पै गए ने। अज ना पुत कोले ना परिवार कोले है, ना तख्त कोले ना ताज कोले है, एक किरपान कोले है। छाती ते रखी, पैरां विच जोड़ा नहीं, सिर ते कलगी तोड़ा नहीं, सिर्फ केस की बनी हुई है, दस्तार सजाई हुई है। ते बस रसना तो इको गीत गा रहे ने, मित्र प्यारे नू हाल मुरीदा दा कहना। तुद बिन रोग रजाइयां दा ओढ़ण नाग निवासां दे रहना। सूर सुराही खंजर प्याला बिंग कसाइयां दा सहना। यारड़े दा सानू सत्थर चंगा पठ खेड़ियां दा रहना। सजना सरवंस वार के भी जे मैं सुखां नू लोचां ते मेरे एहो जे सुख पठ विच पैण। तेरे दिते हुए दुख भी मैनू चंगे लगदे। हुण मेरे सतगुर जी इत्थे बैठे ने, आराम करदे ने। अमृत वेले सिख आके मिले 5 बजे। नाली बाग दे विच एक नौकर काम करदा, उहने सतगुरां नूं वेखिया, मत्था टेकिया। ਉਹ नौकर सी गुलाबे ते पंजाबे दा। जाके घरे दस्सिया सिखां दे गुरु आए ने। मसंद बड़े खुश होए, गुरु घर जांदे सी, घोड़ियां दा व्यापार करदे सी आनंदपुर साहिब। सतगुरां नूं घर ले आए। एक रात सतगुरां ने कट्टी। जदों फौजां लभण लग पईयां सतगुरां नूं वजीद खान दियां, मसंद डर गए, घबरा गए। गुलाबा ते पंजाबा सोचदा है भी जे सतगुर साडे घर रह गए ते साडे बच्चे नहीं रहने। आखो सतनाम। सवेर हुंदियां जवाब ते असीं दे नहीं सकदे। थाल विच सोना पाया, चांदी रखी, माया रखी, पदार्थ रखे, लड्डू रख के सामने पेश कर दिता है। कलगी वालिया घर छड्ड के तुर जा। आखो सतनाम। जिन्हां को अपने किया जांदा सी उन्हां च साथ ना दिता। गुरु घर विच जिन्हां करोड़ां कमाया, संगतां सत्कार भी खटिया, सतगुरां कोलों प्रेम भी खटिया, अज उन्हां लोकां ने समय ते आके मसंदां ने गंगू वांग गदारी कर लई। हुण इत्थे 2 मुसलमान वीर सन, गनी खां ते नबी खां, सरकारी नौकरी। जो अपनी नौकरी की कोताही करते हैं, उन्होंने समय सीधा फांसी का हुक्म सी। उन्होंने देखिया हिंद के पीर आए ने, साडे साईं मियां मीर इन्हां दे दर ते झुकदे रहे ने। आके मझ दे चरणां विच बैठे, सतगुर जी सानू सेवा बख्श दिओ। अजकल दे दिन ने, उधर मेरे सतगुरां दे छोटे लाल, छोटे सपुत्र मुरिंडे की धरती कोतवाली तो अज दी रात सरहंद की धरती ते आ जाणगे। ते फतेहगढ़ साहब संगतां दा बहुत इकट्ठ है, बड़ी भीड़ है। नतमस्तक हो रही ने संगतां अथरू खेर के। गुरमुखो ये दिन उन्हां दी याद दे ने जिन्हां ने साडे लई परिवार वार तां सी कीता, उन्हां ने कीता। साडे कोल ते समां भी नहीं उन्हां दी याद विच जुड़ सकीए। आउण वाली 26 तरीक नूं जदों शहादत दा जाम आना, 27 तरीक वाले दिन ते उन्हां दी इह कह लो अर्थी जांदी है। उन्हां समयां नगर कीर्तन दे रूप दे विच ज्योति स्वरूप दे स्थान ते उन्हां दा जनाजा या पालकी कह लो, दुनिया के रिवाजां की रीत के अनुसार 26 तरीक वाले दिन अमृत वेले 10:45 ते 15 मिनट का समय। चाहे गड्डी चलाउंदे हो, ऑफिस विच हो, घर हो, किसी वर्क ते किसी काम ते हो, कृपा करके 15 मिनट नेत्र बंद करके चरना च जोड़ा ला के सिमरन जरूर करियो कि साडी यही सच्ची ते सुची श्रद्धांजलि है। उस समय विच सतगुरां दे लाला ने शहादत दा जाम पीता। शहादत भी कैसी हुई आउण वाले दिनां च सरवण करांगे। किदां बाबा फतेह सिंह तड़फदे सी, किदां तड़फदे सी। उस समय दे इतिहासकारां ने लिखिया है, क्योंकि शरीर विचों जान सौखी नहीं निकल जाती। उन्हां सिदक रखिया है, दर्द भी झल्लिया, दुख भी झल्लिया साडे लई। इन्ना कुछ झल के पर वो सिदक तो डोले ना। आखो सतनाम। उन्हां दे हौसले बुलंद सी, दुख दर्द तसीहे उन्हां नूं डुला नहीं सके। कोटान कोट प्रणाम उन्हां शहीदां नूं। जबान कुछ नहीं बोल सकती, कुछ नहीं कोई कह सकता उन्हां बारे, बस नमस्कार करके ही सोचते हैं। हज़ारां जन्म लेके भी असीं तुहाडा देण नहीं दे सकते, कदे नहीं दे सकते। सो गुरमुखो अपने बच्चों नूं भी दर्शन कराओ, आप भी करो, बच्चों नूं इतिहास भी सुनाओ। बस आही सत्संग ते आही श्रद्धांजलि है। समय की समाप्ति होनी भुलां दी खिमा। इन्नियां बेनतियां प्रवान जी। ऐसे नर है पूरब देश, बुद्ध होरी कोरे इन बेस। वाहिगुरू जी का खालसा, वाहिगुरू जी की फतेह।